अस्सलाम वालेकुम दोस्तों, इस वक्त लंदन में मौजूद हैं और लंदन में हमारे साथ जो शख्सियत है वो आप जानते हैं। और बहुत सारे ऐसे मौजू हैं जिन पर गुफ्तगू करनी है। और इमरान खान साहब की जो हेरा फेरियाँ पकड़ी गई हैं उनसे लेकर, और जो सऊदी अरब के साथ मुआहदा हुआ है और उस पर यूथियों को इतनी तकलीफ़ क्यों है। हमारे साथ एहसन चट्टा साहब हैं, वीलॉगर हैं, यूट्यूबर हैं और एक बड़ा नाम है सोशल मीडिया पर, आप लोग जानते हैं, लेकिन पहचाने जाते हैं मिठा जी के नाम से। मिठा जी ਜੀ ਸੰਦੇਲਾ ਸਾਹਿਬ ਬਹੁਤ ਸ਼ੁਕਰੀਆ। ਤੁਸੀਂ ਸਪੈਸ਼ਲ ਜਿਹੜਾ ਅੱਜ ਇਹ ਮੌਕਾ ਕ੍ਰੀਏਟ ਕੀਤਾ ਕਿ ਜਿੱਥੇ ਅਸੀਂ ਦੋਨੋਂ ਭਾਈ ਬਹਿ ਕੇ ਤੇ ਪਾਕਿਸਤਾਨ ਦੀਆਂ ਗੱਲਾਂ ਕਰੀਏ ਔਰ ਪਾਕਿਸਤਾਨ ਨੇ ਜੋ ਮਾਰ ਕੇ ਮਾਰੇ ਨੇ ਉਹ ਗੱਲਾਂ ਕਰੀਏ ਔਰ ਪਾਕਿਸਤਾਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਬੇਨਕਾਬ ਕਰੀਏ। ਔਰ ਲੰਡਨ ਦੇ ਵਿੱਚ ਅੱਜ ਇੰਨੇ ਸੋਹਣੇ ਮੌਸਮ ਦੇ ਵਿੱਚ ਅਸੀਂ ਇਹ ਬਹੁਤ ਹੀ ਸੋਹਣਾ ਪ੍ਰੋਗਰਾਮ ਜਿਹੜਾ ਉਹ ਕਰਨਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹਦੇ 'ਚ ਬਹੁਤ ਸਾਰੀ ਇਨਫੋਰਮੇਸ਼ਨ ਵੀ ਹੋਏਗੀ ਔਰ ਲੋਕੀ ਜਿਹੜੇ ਬਹੁਤ ਜ਼ਿਆਦਾ ਪ੍ਰਾਪੋਗੰਡੇ ਨੇ ਉਹ ਵੀ ਬੇਨਕਾਬ ਹੋਣਗੇ ਔਰ ਅਸਲ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਣਗੀਆਂ इंशाल्लाह ताला। इंशाल्लाह। मिठा जी, सबसे पहले जो मैं आपसे डिस्कस करना चाहता हूं, ਪੰਜਾਬੀ 'ਚ ਖਿੱਚੋ ਜੀ, ਪੰਜਾਬੀ 'ਚ ਕਰੋ। सब तो पहले ਜਿਹੜੀ ਗੱਲ ਡਿਸਕਸ ਕਰਨੀ ਹੈ ਮਿੱਠਾ ਜੀ, ਉਹ ਸਾਊਦੀ ਅਰਬ ਤੇ ਪਾਕਿਸਤਾਨ ਦਾ। ਵੈਸੇ ਤੇ ਸਾਡਾ ਜਿਹੜਾ ਅਸੀਂ ਬੋਰ ਨਹੀਂ, ਸਾਡੀ ਪੈਦਾਇਸ਼ ਹੀ ਇਸਲਾਮ ਦੇ ਨਾਂ ਤੇ ਹੋਈ ਹੈ, ਕਲਮੇ ਦੇ ਨਾਂ ਤੇ ਹੋਈ ਹੈ, ਲੇਕਿਨ ਇਸ ਮੁਆਹਦੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਅਸੀਂ ਸਾਊਦੀ ਅਰਬ ਦੇ, ਮਤਲਬ ਕਿ ਸਾਊਦੀ ਅਰਬ ਦਾ ਕੋਈ ਬੂਹਾ ਖੜਕਾਏਗਾ ਨਾ ਤੇ ਬੂਹੇ ਖੜਕਾਉਣ ਵਾਲੇ ਨੂੰ ਦੋਵੇਂ ਰਲ ਕੇ ਕੰਬਲ ਪਾ ਕੇ ਅੰਦਰ ਲਿਜਾ ਕੇ ਕੁੱਟਾਂਗੇ, ਇਹ ਇੱਕ ਮਾਇਦਾ ਹੋਇਆ ਹੈ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਮਾਇਦੇ ਨੂੰ? ਜੀ ਦੇਖੋ, ਮੈਂ ਸਮਝਣਾ ਕਿ ਇਹ ਸਭ ਤੋਂ ਪਹਿਲੇ ਤੇ ਪੂਰੀ ਕੌਮ ਨੂੰ ਇਸ ਚੀਜ਼ ਦੀ ਮੁਬਾਰਕਬਾਦ। ਪਾਕਿਸਤਾਨ ਦੇ ਬੱਚੇ ਤੋਂ ਲੱਗ ਕੇ ਵਜ਼ੀਰ ਆਜ਼ਮ ਤੱਕ ਔਰ ਫੀਲਡ ਮਾਰਸ਼ਲ ਸਾਹਿਬ ਤੱਕ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ। ਔਰ ਇਹ ਇੱਕ ਐਸਾ ਮੁਆਹਦਾ ਜਿਹਦੀ ਕਿ ਮਿਸਾਲ ਨਹੀਂ ਮਿਲਦੀ ਔਰ ਜਿਹਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਹੈ। ਪੂਰੀ ਦੁਨੀਆ ਦੀ ਮੀਡੀਆ ਦੇ ਉੱਤੇ ਇਸ ਵਕਤ ਇਸ ਮੁਆਹਦੇ ਦੀ ਗੂੰਜ ਹੈ, ਅਲਹਮਦੁਲਿਲਾ। ਔਰ ਇਹ ਪਾਕਿਸਤਾਨ ਵਾਸਤੇ, ਪਾਕਿਸਤਾਨ ਦੇ 26 ਕਰੋੜ ਆਵਾਮ ਵਾਸਤੇ ਇੱਕ ਬਹੁਤ ਵੱਡਾ ਐਜ਼ਾਜ਼ ਹੈ ਕਿ ਉਹ ਹਰਮੈਨ ਸ਼ਰੀਫੈਨ ਦੀ ਹਿਫਾਜ਼ਤ ਜਿਹੜੀ ਹੈ ਉਹ ਪਾਕਿਸਤਾਨ ਦੇ ਜ਼ਿੰਮੇ ਲੱਗ ਗਈ ਹੈ। ਮਤਲਬ ਕਿ ਪਾਕਿਸਤਾਨ ਦਾ ਬੱਚਾ ਇਹਦੇ 'ਚ ਇਨਵਾਲਵ ਹੈ ਔਰ ਪਾਕਿਸਤਾਨ ਦੇ ਬੱਚੇ ਨੂੰ ਇਹਦਾ ਅਜਰ ਮਿਲਣਾ। ਔਰ ਇਹਦੇ ਵਿੱਚ ਹੁਣ ਇਹ ਵੀ ਕਿ ਦੇਖੋ, ਮੁਸਲਿਮ ਦੁਨੀਆ ਜਿਹੜੀ ਹੈ ਉਹਦੇ ਜਿਹੜੇ ਦੋ ਵੱਡੇ ਮੁਲਕ ਨੇ ਉਹ ਆਪਸ ਦੇ ਵਿੱਚ ਇੱਕ ਹੋ ਗਏ। ਸਾਡਾ ਜਿਹੜਾ ਦੁਸ਼ਮਣ ਹੈ, ਸਾਡਾ ਹਮਸਾਇਆ ਜਿਹੜਾ ਉਹ ਭਾਰਤ ਹੈ, ਠੀਕ ਹੈ। ਸਾਊਦੀ ਅਰਬ ਦਾ ਜਿਹੜਾ ਹਮਸਾਇਆ ਉਹ ਇਸਰਾਈਲ ਹੈ, ਬਿਲਕੁਲ ਠੀਕ। ਸਾਡੇ ਤੋਂ ਭਾਰਤ ਜਿਹੜਾ ਉਹ 5 ਕਿਲੋਮੀਟਰ ਦੂਰ ਵੀ ਨਹੀਂ ਨਾ, ਮਤਲਬ ਉੱਤੇ ਬਾਉਂਡਰੀ 'ਚ ਲੱਗਦੀ ਹੈ। ਤੇ ਤਬੂਕ ਸ਼ਹਿਰ ਤੋਂ ਇਸਰਾਈਲ ਜਿਹੜਾ 480 ਕਿਲੋਮੀਟਰ ਦੂਰ, ਬਿਲਕੁਲ ਠੀਕ। ਅਸੀਂ ਹੁਣ ਮਤਲਬ ਇਹ ਵੇ ਕਿ ਪਾਕਿਸਤਾਨ ਤੋਂ ਇਸਰਾਈਲ ਜਿਹੜਾ ਉਹ ਸਿਰਫ 480 ਕਿਲੋਮੀਟਰ ਦੂਰ ਹੈ। ਤੇ ਤੈਨੂੰ ਪਤਾ ਹੈ ਕਿ ਸਾਡੇ ਜਿਹੜੇ ਉਹ ਛੋਟੇ ਨੇ ਗਰੀਬ ਦੇ ਹਥਿਆਰ ਉਹ ਇੰਜ ਹੀ ਨੇ ਜਿਵੇਂ ਕੋਈ ਚਿੜੇ ਹੁੰਦੇ ਨੇ, ਬਿਲਕੁਲ ਠੀਕ। ਜਦੋਂ ਦਿਲ ਕਰਾ ਉਹਨੂੰ ਛੱਡੋ, ਕਿਸੇ ਦੀ ਗਰਦਨ ਤੇ ਜਾ ਕੇ ਬਹਿ ਗਏ, ਅਬਾਬੀਲਾਂ ਤਿਆਰ ਨੇ, ਅਬਾਬੀਲ, ਠੀਕ ਹੈ ਨਾ। ਤੇ ਇਹ ਜਿਹੜਾ ਇਸਲਾਮ ਦਾ ਦੁਸ਼ਮਣ ਸੀ ਉਹਦੇ ਵਾਸਤੇ ਵੀ ਇਹ ਬਹੁਤ ਵੱਡੀ ਮੁਸੀਬਤ ਬਣ ਗਈ। ਜਿਹੜਾ ਪਾਕਿਸਤਾਨ ਦਾ ਦੁਸ਼ਮਣ ਸੀ ਉਹਦੇ ਵਾਸਤੇ ਵੀ ਪ੍ਰੋਬਲਮ ਬਣ ਗਈ, ਕਿਉਂਕਿ ਅਗਰ ਸਾਊਦੀ ਅਰਬ ਨੂੰ ਕਿਸੇ ਟੱਚ ਕੀਤਾ ਤੇ ਪਾਕਿਸਤਾਨ ਜਿਹੜਾ ਉਹਨੂੰ ਟੱਚ ਕੀਤਾ, ਅਗਰ ਪਾਕਿਸਤਾਨ ਨੂੰ ਭਾਰਤ ਟੱਚ ਕਰਦਾ ਤੇ ਸਾਊਦੀ ਅਰਬ ਨੂੰ ਟੱਚ ਕੀਤਾ ਤੇ ਪੂਰੀ ਦੁਨੀਆ ਦੇ ਵਿੱਚ ਇਹਨੂੰ ਪਜ਼ੀਰਾਈ ਮਿਲੀ ਹੈ ਕਿ ਇਹ ਇੱਕ ਐਸਾ ਇਤਿਹਾਦ ਹੋ ਚੁੱਕਿਆ ਜਿਹਦੀ ਕਿ ਕੋਈ ਮਿਸਾਲ ਨਹੀਂ ਮਿਲਦੀ। ਔਰ ਜਿਸ ਤਰ੍ਹਾਂ ਸਾਊਦੀ ਆਵਾਮ ਨੇ ਪੂਰੇ ਸਾਊਦੀ ਅਰਬ ਦੇ ਵਿੱਚ, ਸਾਊਦੀ ਅਰਬ ਦੇ ਬੱਚੇ ਨੇ ਇਹਨੂੰ ਸੈਲੀਬ੍ਰੇਟ ਕੀਤਾ ਔਰ ਇੰਨੀ ਇੱਜ਼ਤ ਪਾਕਿਸਤਾਨ ਦੀ ਵਧੀ, ਇਹਦੀ ਮਿਸਾਲ ਨਹੀਂ ਮਿਲਦੀ। ਤੇ ਮੇਰੇ ਖਿਆਲ ਦੇ ਮੁਤਾਬਕ ਇਹ ਸ਼ੁਰੂਆਤ ਹੈ ਉਸ ਚੀਜ਼ ਦੀ ਜਿਹੜੀ ਅਸੀਂ ਬੜੀ ਦੇਰ ਤੋਂ ਸੋਚ ਰਹੇ ਸੀ ਕਿ ਕੋਈ ਐਸੀ ਚੀਜ਼ ਹੋਏ ਔਰ ਕਰੇ ਵੀ ਮੁਸਲਿਮ ਉਮਾ, ਔਰ ਦੁਸ਼ਮਣ ਜਿਹੜਾ ਉਹਨੂੰ ਪਤਾ ਲੱਗ ਜਾਏ ਕਿ ਹੁਣ ਮੇਰੀ ਖੈਰ ਨਹੀਂ। ਤੇ ਇਹ ਜਿਹੜੇ ਸਾਡੇ ਦੁਸ਼ਮਣ ਨੇ ਤੇ ਸਾਊਦੀ ਅਰਬ ਦੇ ਦੁਸ਼ਮਣ, ਇਹ ਹੁਣ ਮੁਸ਼ਤਰਕਾ ਹੋ ਗਿਆ, ਜਾਂ ਇਸਲਾਮ ਦੇ ਦੁਸ਼ਮਣ, ਇਹ ਦੋ ਜਿਹੜੀਆਂ ਤਾਕਤਾਂ ਨੇ। ਜ਼ਹਿਰੀ ਗੱਲ ਹੈ, ਪੂਰੀ ਮੁਸਲਿਮ ਉਮਾ ਇਹਦੇ ਵਿੱਚ ਸ਼ਾਮਲ ਹੈ। ਤੇ ਮੈਂ ਸਮਝਦਾ ਕਿ ਬਹੁਤ ਸਾਰੀਆਂ ਚੀਜ਼ਾਂ ਇੱਕ ਤਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ। ਦੂਸਰਾ, ਪਾਕਿਸਤਾਨ ਨੂੰ ਔਰ ਸਾਊਦੀ ਅਰਬ ਨੂੰ ਕਿਸੇ ਵੀ ਲਿਹਾਜ਼ ਨਾਲ ਕੋਈ ਵੀ ਐਡਵੈਂਚਰ ਜਿਹੜਾ ਕੋਈ ਮੁਲਕ ਇਹਨਾਂ ਦੇ ਕਰਨ ਵਾਸਤੇ ਪਤਾ ਨਹੀਂ ਕਿੰਨੇ ਹਜ਼ਾਰ ਦਫਾ ਸੋਚੇਗਾ ਜੀ। ਔਰ ਇਹ ਕਾਮਯਾਬੀ ਹੀ ਕਾਮਯਾਬੀ ਹੈ। ਤੁਹਾਨੂੰ ਵੀ ਮੁਬਾਰਕਬਾਦ, ਤੁਹਾਡੇ ਸਾਰੇ ਚਾਹਣ ਵਾਲਿਆਂ ਨੂੰ ਵੀ ਮੁਬਾਰਕਬਾਦ। ਔਰ ਕੁਛ ਲੋਕਾਂ ਨੂੰ ਤਕਲੀਫ ਹੋ ਰਹੀ ਹੈ
ਇਹ ਉਹੀ ਲੋਕ ਨੇ। ਦੇਖੋ ਨਾ, ਇਸ ਵਕਤ ਇਸ ਮੁਆਹਦੇ ਦੀ ਤਕਲੀਫ ਕਿਹਨੂੰ ਹੋ ਰਹੀ ਹੈ? ਜੀ ਭਾਰਤ, ਠੀਕ ਹੈ, ਕਿਉਂਕਿ ਭਾਰਤ ਸਭ ਤੋਂ ਪਹਿਲਾਂ, ਇਸਰਾਈਲ ਕਿਉਂਕਿ ਇਸਰਾਈਲ ਉਧਰ ਬਾਰਡਰ ਤੇ ਤੀਸਰਾ ਤਹਿਰੀਕ ਇਨਸਾਫ ਯਾਨੀ ਕਿ ਇਮਰਾਨ ਖਾਨ। ਇਹ ਤਰੇ ਤਾਕਤਾਂ ਨੇ ਜਿਹੜੀਆਂ ਆਪਣੇ ਆਪ ਨੂੰ ਤਾਕਤਾਂ ਕਹਿੰਦੀਆਂ ਨੇ। ਇਹਨਾਂ ਤਰ੍ਹਾਂ ਤਾਕਤਾਂ ਨੂੰ ਇਸ ਵਕਤ ਜਿਹੜਾ ਹੈ ਇਹ ਬਹੁਤ ਜ਼ਿਆਦਾ ਤਕਲੀਫ ਹੈ। ਔਰ ਮੈਨੂੰ ਸਮਝ ਇਸ ਗੱਲ ਦੀ ਨਹੀਂ ਆਉਂਦੀ ਕਿ ਜਿਹੜੇ ਇਮਰਾਨ ਖਾਨ ਸਾਹਿਬ ਦੇ ਹਮਾਇਤੀ ਨੇ ਉਹ ਇਸ ਮੁਆਹਦੇ ਦੇ ਖਿਲਾਫ ਕਿਉਂ ਨੇ, ਉਹ ਕਿਉਂ ਬਕਵਾਸਿਆਤ ਕਰ ਰਹੇ ਨੇ। ਇਹ ਮੇਰਾ ਸਵਾਲ ਵੀ ਸੀ ਅਗਲਾ ਕਿ ਉਹਨਾਂ ਦੀ ਤਕਲੀਫ ਤਾਂ ਸਮਝ ਆਉਂਦੀ ਹੈ ਨਾ, ਤੁਹਾਡੇ ਉਹ ਦੁਸ਼ਮਣ ਨੇ, ਇਸਲਾਮ ਦੇ ਦੁਸ਼ਮਣ ਨੇ, ਉਹ ਤੇ ਸਮਝ ਆ ਗਈ। ਲੇਕਿਨ ਇਹ ਤੇ ਉਮਤੇ ਮੁਸਲਮਾਨ ਦਾ ਆਪਣੇ ਆਪ ਨੂੰ ਲੀਡਰ ਕਹਿਣ ਵਾਲਾ ਤੇ ਉਹਦੇ ਫਾਲੋਅਰ ਨੂੰ ਕੀ ਪ੍ਰੋਬਲਮ ਹੈ? ਦੇਖੋ ਨਾ, ਉਹ ਕਹਿੰਦਾ ਸੀ ਕਿ ਮੈਂ ਉਮਤੇ ਮੁਸਲਮਾਨ ਦਾ ਲੀਡਰ ਹਾਂ ਜੀ। ਮੁਸਲਮਾਨ ਮਮਾਲਕ ਨੇ ਦੁਨੀਆ ਦੇ ਵਿੱਚ 55 ਦੇ ਕਰੀਬ। ਜੀ। ਅੱਜ ਤੱਕ ਕਿਸੇ ਮੁਸਲਮਾਨ ਮੁਲਕ ਨੇ ਕੋਈ ਖਤ ਲਿਖਿਆ ਹੋਵੇ ਕਿ ਯਾਰ ਇਹਨੂੰ ਰਿਹਾ ਕਰ ਦਿਓ, ਇਹ ਉਮਤੇ ਮੁਸਲਮਾਨ ਦਾ ਲੀਡਰ ਹੈ, ਜਾਂ ਕਿਸੇ ਨੇ ਫੋਨ ਕੀਤਾ ਹੋਏ, ਕੋਈ ਚਿੱਠੀ ਪਾਈ ਹੋਏ, ਜਾਂ ਟਵਿੱਟਰ ਤੇ ਕੋਈ ਪੈਗਾਮ ਛੱਡਿਆ ਹੋਏ ਕਿ ਮੈਂ ਜੀ ਮਲੇਸ਼ੀਆ ਦਾ ਸਦਰ ਹਾਂ, ਲਿਹਾਜ਼ਾ ਇਹ ਜਿਹੜਾ ਅੰਦਰ ਇਹ ਬੰਦਾ ਹੈ ਮੁਸਲਿਮ ਉਮਾ ਦਾ ਇਹ ਲੀਡਰ ਹੈ, ਇਹਨੂੰ ਰਿਹਾ ਕਰ ਦਿਓ। ਮਤਲਬ ਮੁਸਲਿਮ ਉਮਾ ਜਿਹੜੀ ਹੈ ਜਾਂਦੀ ਹੈ ਵੀ ਕਿਧਰੇ, ਨਸਦੀ ਹੈ ਵੀ ਕਿਧਰੇ। 55 ਮਮਾਲਕ ਨੇ ਨਾ, ਅੱਜ ਤੱਕ ਕਿਸੇ ਮੁਲਕ ਨੇ ਇਹ ਨਹੀਂ ਕਿਹਾ ਕਿ ਇਹਨੂੰ ਰਿਹਾ ਕੀਤਾ ਜਾਏ। ਜਿਹੜੀ ਵੀ ਆਵਾਜ਼ ਆਈ ਹੈ ਇਹੀ ਆਉਂਦੀ ਹੈ ਕਿ ਇਹਨੂੰ ਤੁੰਨੋ, ਕਿਉਂਕਿ ਇਹ ਸਾਡੇ ਇਸਲਾਮ ਦਾ ਦੁਸ਼ਮਣ ਹੈ। ਤੁਸੀਂ ਇਹਦੀਆਂ ਹਰਕਤਾਂ ਚੈੱਕ ਕਰ ਲਓ, ਕਿਸ ਤਰ੍ਹਾਂ ਜਦੋਂ ਅਸੀਂ 10 ਮਈ ਨੂੰ ਭਾਰਤ ਨੂੰ ਸ਼ਿਕਸਤ ਦਿੱਤੀ, ਕਿਸ ਤਰ੍ਹਾਂ ਇਸ ਫਿਤਨੇ ਨੇ ਭਾਰਤ ਦਾ ਸਾਥ ਦਿੱਤਾ। ਔਰ ਪਾਕਿਸਤਾਨ ਦੀਆਂ ਜਿਹੜੀਆਂ ਦਫਾਈ ਤਨਸੀਬਾਤ ਸੀ ਉਹਨਾਂ ਦੇ ਨਕਸ਼ੇ ਟਵਿੱਟਰ ਦੇ ਉੱਤੇ ਚਾੜਦੇ ਰਹੇ। ਯਾਦ ਕਰੋ ਉਹ ਦੋ ਰਾਤਾਂ, ਯਾਦ ਕਰੋ ਕਿਸ ਤਰ੍ਹਾਂ ਅਸੀਂ ਉਹ ਜਾਗ ਕੇ ਗੁਜ਼ਾਰੀਆਂ ਔਰ ਕਿਸ ਤਰ੍ਹਾਂ ਅਸੀਂ ਇਹਨਾਂ ਦਾ ਮੁਕਾਬਲਾ ਕੀਤਾ। ਔਰ ਇਹ ਐਸੇ ਲੋਕ ਸੀ ਜਿਹੜੇ ਪਾਕਿਸਤਾਨ ਦੇ GHQ ਦੇ ਨਕਸ਼ੇ, ਫਲਾਣਿਆਂ ਦਾ ਨਕਸ਼ੇ, ਇੱਥੇ ਕਰੋ, ਇੱਥੇ ਮਾਰੋ, ਇੰਜ ਕਰੋ, ਉਹ ਕਰੋ। ਔਰ ਅੱਲਾਹ ਪਾਕ ਨੇ ਪਾਕਿਸਤਾਨ ਨੂੰ ਫਤਹ ਯਾਬ ਕੀਤਾ ਔਰ ਅੱਜ ਤੱਕ ਇਹ ਸਾਡੇ ਖਿਲਾਫ ਨੇ। ਔਰ ਇੱਕ ਐਸੀ ਗੰਦੀ ਨਸਲ ਤਿਆਰ ਕਰਕੇ ਚਲਾ ਗਿਆ ਜਿਨ੍ਹਾਂ ਦਾ ਨਾ ਕੋਈ ਇਸਲਾਮ ਨਾਲ ਤਲਕ ਹੈ, ਜਿਨ੍ਹਾਂ ਦਾ ਨਾ ਕੋਈ ਪਾਕ ਸਾਊਦੀ ਤਲਕਾਤ ਨਾਲ ਕੋਈ ਤਲਕ ਹੈ, ਜਿਨ੍ਹਾਂ ਦਾ ਨਾ ਕੋਈ ਸਮਾਜ ਨਾਲ ਤਲਕ ਹੈ। ਇਹ ਉਹ ਨਸਲ ਹੈ ਜਿਹੜੀ ਪਤਾ ਨਹੀਂ ਕਿੰਨੇ ਅਰਬ ਡਾਲਰ ਲਾ ਕੇ ਤਿਆਰ ਕੀਤੀ ਗਈ, ਕਿਉਂਕਿ ਪਾਕਿਸਤਾਨ ਜਿਹੜਾ ਉਹ ਖੜਕਦਾ। ਪਾਕਿਸਤਾਨ ਵਾਹਿਦ ਸਿਰ ਹੈ ਮੁਸਲਿਮ ਉਮਾ ਦਾ, ਪਾਕਿਸਤਾਨ ਵਾਹਿਦ ਐਟਮੀ ਤਾਕਤ ਹੈ ਔਰ ਪਾਕਿਸਤਾਨ ਵਾਹਿਦ ਮੁਲਕ ਹੈ ਜਿਹੜਾ ਹਰ ਇਸਲਾਮੀ ਮੁਲਕ ਦੀ ਮਦਦ ਕਰਦਾ ਹੈ ਔਰ ਮਦਦ ਵੀ ਕਰਦਾ ਹੈ ਖਾਮੋਸ਼ੀ ਨਾਲ। ਈਰਾਨ ਵਾਲਾ ਮਾਮਲਾ ਵੇਖ ਲਓ, ਮਤਲਬ ਖਾਮੋਸ਼ੀ ਦੇ ਨਾਲ ਮਦਦ ਕਰਦਾ ਹੈ ਔਰ ਹਮੇਸ਼ਾ ਨਾਲ ਖੜਾ ਹੁੰਦਾ ਹੈ ਆਪਣੇ ਇਸਲਾਮੀ ਮਮਾਲਕ ਦੇ। ਤੇ ਇਸਲਾਮੀ ਮਮਾਲਕ ਦਾ ਜਿਹੜਾ ਸਿਰ ਹੈ, ਚਿਹਰਾ ਹੈ, ਜਿਹੜਾ ਤੁਸੀਂ ਕਹਿ ਲਓ ਕਿ ਲੜ ਹੈ, ਉਹ ਵੀ ਪਾਕਿਸਤਾਨ ਹੈ ਅਲਹਮਦੁਲਿਲਾ। ਔਰ ਇਸ ਮੁਆਹਦੇ ਤੋਂ ਬਾਅਦ ਤੇ ਫਿਰ ਦੁਨੀਆ ਹੀ ਬਦਲ ਗਈ ਨਾ ਅਲਹਮਦੁਲਿਲਾ। ਹੁਣ ਇਹਦੇ ਵਿੱਚ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਤੇ ਮੈਂ ਸਮਝਦਾ ਕਿ ਪੂਰੀ ਕੌਮ ਨੂੰ ਢੇਰ ਸਾਰੀਆਂ ਮੁਬਾਰਕਾਂ ਬਾਈ, ਪੂਰੀ ਕੌਮ ਨੂੰ ਢੇਰ ਸਾਰੀਆਂ ਮੁਬਾਰਕਾਂ। ਬਿਲਕੁਲ ਠੀਕ ਹੈ। ਇਹ ਤੁਸੀਂ ਦੱਸਿਆ ਕਿ ਮੁਖਾਲਫਤ ਕਿਉਂ ਕਰਦੇ ਇਹਨਾਂ ਦਾ ਅਸਲ ਵਿੱਚ ਰੌਲਾ ਇਹਨਾਂ ਦਾ ਕੀ ਹੈ। ਤੁਹਾਡਾ ਕੀ ਖਿਆਲ ਹੈ ਕਿ ਅੱਗੋਂ ਆ ਕੇ ਮਜ਼ੀਦ ਮੁਸਲਮਾਨ ਮੁਲਕ ਜਿਹੜੇ ਨੇ, ਖਾਸ ਤੌਰ ਤੇ ਕਤਰ ਜਾਂ ਦੂਸਰੇ ਜਿਹੜੇ ਮੁਮਾਲਕ ਨੇ, ਉਹ ਇਹਦੇ 'ਚ ਸ਼ਾਮਲ ਹੋਣਗੇ? ਕਿਉਂਕਿ ਇਹਨੂੰ ਜਿਹੜਾ ਇੰਡੀਆ ਹੈ ਤੇ ਜਿਹੜਾ ਮਗਰਬੀ ਮੀਡੀਆ ਇਹਨੂੰ ਕਹਿੰਦਾ ਪਿਆ ਕਿ ਇਹ ਨੈਟੋ ਟਾਈਪ ਇੱਕ ਇਤਿਹਾਦ ਬਣਦਾ ਪਿਆ। ਔਰ ਨੈਟੋ ਤੁਹਾਨੂੰ ਪਤਾ ਦੁਨੀਆ ਦੀ ਵੱਡੀ ਤਾਕਤ ਹੈ, ਤੇ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਵਕਤਾਂ ਦੇ ਵਿੱਚ ਇਹਦੇ 'ਚ ਮਜ਼ੀਦ ਮੁਸਲਮਾਨ ਮੁਲਕ ਰਲਣਗੇ? ਜੀ ਬਿਲਕੁਲ, ਇਨਸ਼ਾਅੱਲਾ ਤਾਲਾ। ਸਾਊਦੀ ਅਰਬ ਤੋਂ ਤੇ ਸਟਾਰਟ ਹੋ ਗਿਆ ਜੀ, ਅੱਗੇ ਤੁਸੀਂ ਕਰੋ ਬੰਗਲਾਦੇਸ਼, ਠੀਕ ਹੈ ਜੀ। ਇਨਸ਼ਾਅੱਲਾ ਤਾਲਾ ਬਹੁਤ ਜਲਦ ਤੁਸੀਂ ਇਹ ਵੇਖੋ ਦੇ ਕਿ ਬੰਗਲਾਦੇਸ਼ ਦੇ ਨਾਲ ਵੀ ਪਾਕਿਸਤਾਨ ਦਾ ਦਫਾਈ ਮੁਆਹਦਾ ਹੁੰਦਾ ਸਾਨੂੰ ਨਜ਼ਰ ਆਉਂਦਾ, ਠੀਕ ਹੈ। ਔਰ ਉਸ ਤੋਂ ਬਾਅਦ ਕਤਰ, ਜੀ ਐਬਸੋਲੂਟਲੀ। ਦੇਖੋ ਨਾ ਹੁਣ ਕਤਰ ਦੇ ਹੱਥ ਬੰਨ ਦਿੱਤੇ ਗਏ, ਬਿਲਕੁਲ ਇਸ ਤਰ੍ਹਾਂ ਹੀ ਹੈ। ਕਤਰ ਦੇ ਕੋਲ ਕਤਰ ਨੂੰ 25 ਅਰਬ ਡਾਲਰ ਦਾ ਅਸਲਾ ਵੇਚਿਆ ਅਮਰੀਕਾ ਨੇ, ਲੇਕਿਨ ਸ਼ਰਤ ਕੀ ਰੱਖੀ ਕਿ ਇਹ ਅਸਲਾ ਤੁਸੀਂ ਇਸਰਾਈਲ ਦੇ ਖਿਲਾਫ ਨਹੀਂ ਇਸਤੇਮਾਲ ਕਰ ਸਕਦੇ। ਤੇ ਕਤਰ ਨੇ ਅਗਰ ਉਹ ਅਸਲਾ ਇਸਰਾਈਲ ਦੇ ਖਿਲਾਫ ਇਸਤੇਮਾਲ ਨਹੀਂ ਕਰਦਾ ਤੇ ਤੁਹਾਡੇ ਮੇਰੇ ਖਿਲਾਫ ਕਰਨਾ। ਮਤਲਬ ਹੈ ਅੰਦਾਜ਼ਾ ਲਾ ਲਓ ਨਾ ਬਈ ਉਹਨਾਂ ਦੇ ਕੋਲ 100 ਦੇ ਕਰੀਬ ਜਿਹੜੇ ਨੇ ਰਫੇਲ ਨੇ, ਔਰ ਉਸ ਤੋਂ ਬਾਅਦ 4 ਜਦੀਦ ਤਰੀਨ 에ਅਰ ਡਿਫੈਂਸ ਸਿਸਟਮ ਨੇ, ਔਰ ਉਸ ਤੋਂ ਬਾਅਦ ਅਖੀਰ ਚੀਜ਼ਾਂ ਨੇ। 25 ਅਰਬ ਡਾਲਰ ਕੋਈ ਛੋਟੀ ਰਕਮ, ਜਿਹਦਾ ਅਸਲਾ ਅਮਰੀਕਾ ਨੇ ਉਹਨੂੰ ਦਿੱਤਾ। ਰੋਜ਼ ਉਹ ਟਾਕੀ ਮਾਰ ਕੇ ਸ਼ਾਮ ਨੂੰ ਫੋਟੋਆਂ ਖਿੱਚ ਕੇ ਘਰ ਬਹਿ ਜਾਂਦੇ ਨੇ, ਚਾਬੀ ਜਿਹੜੀ ਅਮਰੀਕਾ ਕੋਲ। ਇਹ ਤੁਸੀਂ ਸਮਝੋ ਕਿ ਹੁਣ ਜੋ ਕੁਛ ਵੀ ਇਹ ਜਿਹੜੇ ਸਾਡੇ ਮੁੰਡਿਆਂ ਨੇ ਮਾਰਿਆ ਭਾਰਤ ਨੂੰ 4 ਘੰਟਿਆਂ 'ਚ, ਇਹ ਜਿਹੜੇ ਸਾਰੇ ਜਹਾਜ਼ ਨੇ ਇਹਨਾਂ ਉੱਥੇ ਹੁਣ ਜਾਣਾ। ਇਹ ਹੁਣ 100 ਤਿਆਰਾ ਜਿਹੜਾ ਸਾਡਾ JF ਥੰਡਰ 17 ਹੈ ਜਾਂ J10 ਨੇ, ਇਹ ਸਾਰੇ ਉੱਥੇ ਜਾਣਗੇ। ਹੁਣ ਤੁਹਾਡੇ ਕਹਿਣ ਦਾ ਮਤਲਬ ਕਿ ਪਾਕਿਸਤਾਨ ਦੀ ਫੌਜ ਹੁਣ ਸਾਊਦੀ ਅਰਬ ਦੀ ਫੌਜ ਹੈ ਤੇ ਸਾਊਦੀ ਅਰਬ ਦੀ ਫੌਜ ਹੁਣ ਪਾਕਿਸਤਾਨ ਦੀ ਫੌਜ। ਸਾਊਦੀ
ਤੁਸੀਂ ਇੰਝ ਹੀ ਕਹਿ ਲਓ ਕਿ ਸਾਊਦੀਆ ਜਿਹੜਾ ਉਹ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਸਾਊਦੀਆ ਬਣ ਗਿਆ, ਜਿਸ ਤਰ੍ਹਾਂ ਦੋ ਭਰਾ ਹੁੰਦੇ ਨੇ, ਕੀ ਬਾਤ, ਕਿ ਇੱਕ ਭਰਾ ਨੂੰ ਛੇੜੇ ਤੇ ਦੂਸਰਾ ਜਿਹੜਾ ਉਹ ਚਪੇੜ ਖਿੱਚੇ, ਇਹ ਹਿਸਾਬ ਹੈ। ਔਰ ਉਸ ਤੋਂ ਬਾਅਦ ਕਤਰ ਵੀ ਆਏਗਾ। ਔਰ ਪਾਕਿਸਤਾਨ ਦਾ ਜਿਹੜਾ ਤੁਹਾਡੇ ਸਾਹਮਣੇ ਇਹ ਸਾਡੇ ਤਿਆਰੇ ਨੇ JF ਥੰਡਰ 17, ਇਹਨਾਂ ਦੀ ਮੰਗ ਜਿਹੜੀ ਹੈ ਇਹ ਵਧੇਗੀ। ਬੰਗਲਾਦੇਸ਼ ਵੀ ਲਏਗਾ, ਕਤਰ ਵੀ ਲਏਗਾ, ਸਾਊਦੀ ਅਰਬ, ਤੇ ਫਿਰ ਵੈਸੇ ਹੀ ਸਾਡਾ ਭਰਾ ਘਰ ਹੋ ਗਿਆ ਆਪਣਾ, ਤੇ ਇਹ ਚੀਜ਼ਾਂ ਅੱਗੇ ਵਧਣੀਆਂ ਨੇ। ਤੁਸੀਂ ਤੁਰਕੀ ਨੂੰ ਵਿੱਚ ਪਾ ਲਓ, ਹੋਰ ਈਰਾਨ ਦੇਖੋ ਇਸ ਖਿੱਤੇ ਸਭ ਤੋਂ ਵੱਡਾ ਪ੍ਰੋਬਲਮ ਹੀ ਕਿਸੇ ਵੀ ਮੁਲਕ ਨਾਲ ਇਤਿਹਾਦ ਦਾ ਸਾਊਦੀ ਅਰਬ ਦਾ ਈਰਾਨ ਹੁੰਦਾ ਸੀ, ਲੇਕਿਨ ਈਰਾਨ ਨਾਲ ਖਲੋਤਾ ਦੇਖੋ ਨਾ ਈਰਾਨ ਕਿਸ ਤਰ੍ਹਾਂ ਪਾਕਿਸਤਾਨ ਦੇ ਉੱਤੇ ਹੁਣ ਵਾਰੀ ਜਾਂਦਾ ਪਿਆ, ਟਰਸਟ ਕਰਦਾ। ਦੇਖੋ ਨਾ ਯਕਦਮ ਚੀਜ਼ ਕਿਵੇਂ ਬਦਲੀ ਹੈ। ਅਸੈਂਬਲੀ ਦੇ ਵਿੱਚ ਨਾਰੇ ਵੱਜੇ ਨੇ, ਕਿੱਥੇ ਉਹ ਈਰਾਨ ਜਿਹਨੇ ਚਾਹ ਬਹਾਰ ਭਾਰਤ ਨੂੰ ਦੇ ਕੇ ਤੇ ਉੱਥੇ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕੀਤਾ, ਪਿਛਲੇ ਸਾਲ ਦੀ ਗੱਲ ਹੈ ਬਾਈ ਜੀ ਕੋਈ ਪੁਰਾਣੀ ਗੱਲ ਨਹੀਂ। ਔਰ ਹੁਣ ਤੁਸੀਂ ਚੈੱਕ ਕਰੋ ਪਾਕਿਸਤਾਨ ਨੇ ਜਿਸ ਖਾਮੋਸ਼ੀ ਦੇ ਨਾਲ ਔਰ ਜਿਸ ਬਹਾਦਰੀ ਦੇ ਨਾਲ ਉਸ ਸਿਸਟਮ ਦੇ ਵਿੱਚੋਂ ਉਹਦੀ ਮਦਦ ਕੀਤੀ ਖਾਮੋਸ਼ੀ ਦੇ ਨਾਲ, ਔਰ ਉਸ ਤੋਂ ਬਾਅਦ ਜਿੰਨੇ ਵੀ ਨੈਟਵਰਕ ਸੀ ਈਰਾਨ ਦੇ ਵਿੱਚ ਇਹਦੇ ਇਸਰਾਈਲ ਦੇ ਔਰ ਰਾਹ ਦੇ ਮੁਸ਼ਤਰਕਾ, ਉਹਨਾਂ ਨੂੰ ਕਿਸ ਤਰ੍ਹਾਂ ਤੋੜਿਆ, ਕਿਸ ਤਰ੍ਹਾਂ ਉਹ ਜਿਹੜੇ ਖਮੀਨਾਈ ਸਾਹਿਬ ਨੇ ਉਹਨਾਂ 'ਤੇ ਜਿਹੜਾ ਉਹ ਇੱਕ ਹਮਲਾ ਸੀ ਉਹਨੂੰ ਰੋਕਿਆ, ਬਰ ਵਕਤ ਇਨਫੋਰਮੇਸ਼ਨ ਦਿੱਤੀ, ਤੇ ਈਰਾਨ ਫਿਰ ਸਮਝ ਗਿਆ ਨਾ ਕਿ ਸਾਡਾ ਇਹ ਵੱਡਾ ਭਰਾ ਹੈ ਤੇ ਅਸੀਂ ਗਲਤੀ ਤੇ ਰਹੇ ਹਾਂ। ਤੇ ਕਿੱਥੇ ਭਾਰਤ ਔਰ ਈਰਾਨ ਇੰਝ ਸੀ ਤੇ ਕਿੱਥੇ ਉਹਨਾਂ ਦਾ ਹੁਣ ਇਸਲਾਮ ਦਾ ਲੈਣ ਨੂੰ ਵੀ ਆਪਸ ਵਿੱਚ ਨਹੀਂ ਰਾਜ਼ੀ, ਤੇ ਇਹ ਬਹੁਤ ਵੱਡੀ ਗੱਲ ਹੈ। ਇਹ ਪਾਕਿਸਤਾਨ ਬਦਲ ਚੁੱਕਿਆ। ਇਹ ਮੇਰੇ ਸਵਾਲ ਜਿਹੜੇ ਨੇ ਇਹਦੇ ਤੁਹਾਡੀ ਗੱਲ ਤੋਂ ਅਗਲਾ ਸਵਾਲ ਵੀ ਇਹਦੇ ਨਜ਼ਦੀਕ ਸੀ ਤੇ ਨਿਕਲ ਵੀ ਆਏ ਨੇ। ਜੀ। ਇੱਕ ਤੇ ਜ਼ਰਾ ਲਾਈਟ ਮੂਡ ਚ ਆਓ, ਬਹੁਤਾ ਵੀ ਸੀਰੀਅਸ ਜਿਹੜਾ ਲੋਕੀ ਤੁਹਾਨੂੰ ਵੇਖਣਾ ਪਸੰਦ ਨਹੀਂ ਕਰਦੇ, ਮਾਫੀ ਦੇ ਦਿਓ, ਤੁਸੀਂ ਤੇ ਬਿਲਕੁਲ ਹੀ ਹੁਣ ਉਹ ਹਾਮਦ ਮੀਰ ਨਾ ਬਣੋ ਹੈਗੇ। ਇਹ ਦੱਸੋ ਕਿ ਜਿਹੜੀ ਫੌਜ ਸਾਡੀ ਏ ਜੀ ਉਹ ਹੋ ਗਈ ਸਾਊਦੀ ਅਰਬ ਦੀ, ਤੇ ਸਾਡਾ ਕਰਜ਼ਾ ਵੀ ਉਹਨਾਂ ਦਾ ਹੋ ਗਿਆ ਫਿਰ। ਸਰ ਦੇਖੋ ਇਹ ਜਿਹੜਾ ਇਹ ਇੱਕ ਲਾਈਟ ਜਿਹਾ ਸਵਾਲ ਹੈ ਨਾ ਜੀ। ਪਾਕਿਸਤਾਨ ਦੇ ਉੱਤੇ ਜਿਹੜਾ 180 ਅਰਬ ਡਾਲਰ ਮੇਰੇ ਖਿਆਲ ਨਾਲ ਕਰਜ਼ਾ ਹੈ। ਅੱਛਾ ਜੀ। ਇਹ ਤੇ ਕਰਜ਼ਾ ਤੁਸੀਂ ਸਮਝੋ ਨਾ ਕਿ ਖਤਮ ਹੋ ਗਿਆ। ਅਰੇ ਵਾਹ ਕੀ ਬਾਤ ਹੈ। ਇਹ ਹੁਣ ਕਾਹਦਾ ਕਰਜ਼ਾ? ਇਹ ਕਰਜ਼ਾ ਕਰਦੇ ਨਹੀਂ ਰਿਹਾ ਹੁਣ। ਇਹ ਤੁਸੀਂ ਇਹ ਹੀ ਸਮਝੋ ਕਿ ਕਰਜ਼ਾ ਸਾਊਦੀਆ ਤੇ ਹੈ। ਸਾਊਦੀਆ ਤੇ ਸਾਡੇ ਤੇ ਹੁਣ ਕੋਈ ਕਰਜ਼ਾ ਨਹੀਂ। ਸਾਡੇ ਤੇ ਕੋਈ ਕਰਜ਼ਾ ਨਹੀਂ ਪਈ, ਨਾ ਹੀ ਕਿ ਸਾਡੇ ਕੋਲ ਕੋਈ ਮੰਗੇ ਤੇ ਨਾ ਕਿਸੇ ਦੇਣੇ ਨੇ ਅਸੀਂ। ਜਿਸ ਵੀ ਕਰਜ਼ਾ ਸਾਡਾ ਕਿਧਰੋਂ ਮੰਗਣਾ ਹੈ ਨਾ, ਉਹ ਸਲਮਾਨ ਕਿੰਗ ਸਾਹਿਬ ਜਿਹੜੇ ਨੇ ਵਜ਼ੀਰ ਆਜ਼ਮ ਸਾਹਿਬ ਉੱਥੋਂ ਦੇ, ਉਹਨਾਂ ਕੋਲ ਜਾ ਕੇ ਕਰਜ਼ਾ ਉਹ ਆਲੇ ਨਾ ਕਿ ਅਸੀਂ ਕਮੇਟੀ ਪਾਤੀ, ਉਥੋਂ ਕਮੇਟੀ ਚੁੱਕ ਲਓ ਆਪਣੀ। ਉਹ ਕਰਜ਼ਾ ਛੱਡਦਾ ਖਤਮ ਭਾਈ ਜਾਨ। ਇਹ ਤੇ ਹੁਣ ਗੱਲਾਂ ਨੇ ਕਿ ਤੁਸੀਂ ਕਿਸ ਤਰ੍ਹਾਂ ਅਗਲੇ 5 ਸਾਲ ਵਿੱਚ 7 ਸਾਲ ਵਿੱਚ ਕਿਸ ਤਰ੍ਹਾਂ ਪਾਕਿਸਤਾਨ ਨੇ ਟਾਪ 10 ਮੁਈਸ਼ਤਾਂ, ਟਾਪ 10 ਦਫਾਈ ਤਾਕਤ ਤੇ ਸਾਡੀ ਨੰਬਰ 1 ਹੋ ਹੀ ਚੁੱਕੀ ਨਾ। ਠੀਕ ਹੈ ਨਾ। ਹੁਣ ਸਾਡੇ ਨਾਲ ਹੁਣ ਪੰਗਾ ਕਿਸ ਲੈਣਾ? ਹੁਣ ਤੇ ਸਾਨੂੰ ਆਵਾਜ਼ਾਂ ਮਾਰਦੇ ਨੇ ਕਿਸੇ ਦਾ, ਮਤਲਬ ਕੋਈ ਬ੍ਰਾਜ਼ੀਲ, ਜਿਵੇਂ ਹੁਣ ਮੈਂ ਇੱਕ ਮਿਸਾਲ ਦੇ ਦਿੰਦਾ, ਜੀ ਉਹਦਾ ਰੌਲਾ ਬਣਦਾ ਕਿ ਅਰਜਨਟੀਨਾ ਨਾਲ ਉਹਨਾਂ ਕਹਿੰਦਾ ਨਸੋ ਬਈ, ਉਹ ਹਾਫਿਜ਼ ਸਾਹਿਬ ਜਰਾ ਆਵਿਆ ਜੇ ਤੁਹਾਡੀ ਮਿਹਰਬਾਨੀ, ਜਾਂ ਕਬਜ਼ਾ ਤੇ ਛਡਾ ਦਿਓ। ਸਾਡਾ ਤੇ ਹੁਣ ਉਹ ਹਿਸਾਬ ਬਣ ਗਿਆ ਬਈ ਜਿੱਥੇ ਵੀ ਕੋਈ ਮਾਮਲਾ ਬਣਨਾ ਉੱਥੇ ਉਹਨਾਂ ਨੇ ਸਾਡੇ ਹਾਫਿਜ਼ ਨੂੰ ਯਾਦ ਕਰਨਾ। ਕੀ ਬਾਤ ਕਿ ਭਾਵੇਂ ਜਰਾ ਟਾਕੀ ਸ਼ਾਕੀ ਤੇ ਮਾਰਿਆ ਜਾ ਕੇ, ਆ ਤੰਗ ਕਰਦਾ ਸਾਨੂੰ ਨਾਲ ਦਾ। ਤੇ ਇਹ ਟਰੰਪ ਜਿਹੜਾ ਜੀ, ਟਰੰਪ ਤੋਂ ਵੱਡਾ ਤੁਸੀਂ ਕਹਿ ਲਓ ਕਿ ਜਿਵੇਂ ਕੋਈ ਬੰਦਾ ਐਸਾ ਹੁੰਦਾ ਕਿ ਮੈਂ ਇਵੇਂ ਫਨਕਾਰ, ਬੜਾ ਵੱਡਾ ਫਨਕਾਰ ਵੀ, ਤੇ ਚਲਾਕ ਵੀ, ਤੇ ਸ਼ਾਤਰ ਵੀ, ਤੇ ਆਪਣੇ ਆਪ ਨੂੰ ਬੜਾ ਕੁਛ, ਤੇ ਇਹ ਤੇ ਉਹ ਜਿਹੜਾ ਬੰਦਾ ਪਿਛਲੇ 3 ਮਹੀਨੇ ਤੋਂ ਹਰ ਰੋਜ਼ ਕਹਿੰਦਾ ਪਾਕਿਸਤਾਨ ਕਿ ਭਾਰਤ ਨੂੰ ਬੰਨ ਕੇ ਮਾਰਿਆ ਪਾਕਿਸਤਾਨ ਨੇ, ਇੱਕ ਛੋਟੀ ਜਿਹੀ ਗੱਲ, ਬਹੁਤ ਵੱਡੀ ਗੱਲ। ਇਹ ਕਦੀ ਹੋਇਆ? ਜੰਗ ਸਾਡੇ ਬੱਚਿਆਂ ਜੀਤੀ ਹੈ, ਇਹਦਾ ਐਲਾਨ ਕਰਨ ਵਾਸਤੇ ਐਲਾਨ ਟਰੰਪ ਕਰਦਾ ਪਿਆ। ਵਜ੍ਹਾ ਕੀ ਹੈ ਜੀ? ਸੈਟਲਾਈਟ ਕਿਹਦੀ ਹੈ ਫਿਰਦੀ ਹਰ ਪਾਸੇ? ਉਹਨਾਂ ਦੀ ਹੈ। ਸਾਰਾ ਕੁਝ ਕਿਹਨਾਂ ਕੋਲ ਹੈ? ਉਹਨਾਂ ਕੋਲ ਹੈ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਕੱਖ ਨਹੀਂ ਛੱਡਿਆ। ਹਾਂ, ਹਾਲੀ ਉਹਨਾਂ ਨੇ ਤਰਲੇ ਨਾਲ ਸਾਡੇ ਕੋਲੋਂ ਛੁਡਵਾਇਆ ਨਾ। ਯਾਰ ਵੇਖੋ ਨਾ, ਉਹਨੂੰ ਸੁੱਤਿਆਂ ਪਿਆ ਉਠਾਇਆ ਜਿਆ ਕਿ ਯਾਰ ਇਹਨਾਂ ਨੂੰ ਕਹਿ ਬਸ ਕਰ ਦਿਓ, ਹੁਣ ਤੇ ਕੀ ਕਰਨਾ ਜੇ ਸਾਡੇ ਨਾਲ। ਮਤਲਬ ਇਹ ਜਿਸ ਤਰ੍ਹਾਂ ਚੋਰ ਨੂੰ ਪਿੰਡਾਂ ਥਾਵਾਂ ਤੇ ਜਿਹੜੇ ਆ ਮੱਝਾਂ ਖੋਲਦੇ ਨੇ, ਕਿਧਰੇ ਕਾਬੂ ਆ ਜਾਏ ਤੇ ਬੰਨ ਕੇ ਨਹੀਂ ਸੀ ਮਾਰਦੇ, ਜਿਆ ਇਸੇ ਤਰ੍ਹਾਂ ਸਭ ਭਾਰਤ ਨੂੰ ਬੰਨ ਕੇ ਮਾਰਿਆ। ਔਰ ਟਰੰਪ ਸਾਹਿਬ ਨੇ ਛੁਡਾਇਆ ਫੋਨ ਕਰਕੇ ਕਿ ਯਾਰ ਖੁਦਾ ਦਾ ਨਾਂ ਜੇ ਡਾਰ ਸਾਹਿਬ ਤੇ ਹਾਫਿਜ਼ ਸਾਹਿਬ ਤੇ ਸ਼ਹਬਾਜ਼ ਸਾਹਿਬ ਛੱਡ ਦਿਓ ਯਾਰ, ਬਹੁਤ ਹੋ ਗਈ। ਤੇ ਇਹ ਜੇ ਟਰੰਪ ਵਰਗਾ ਬੰਦਾ ਜਿਹੜਾ ਕਿਸੇ ਨੂੰ ਬੰਦਾ ਨਹੀਂ ਸਮਝਦਾ, ਜਿਹੜਾ ਵੀ ਉੱਥੇ ਉਹਨੂੰ ਮਿਲਣ ਜਾਂਦਾ ਹੈ, ਉਹਦੇ ਨਾਲ ਮਜ਼ਾਕ ਕਰਦਾ ਹੈ, ਉਹਨੂੰ ਛੇੜਦਾ ਹੈ, ਉਹਦੀ ਤਸਦੀਕ ਕਰਦਾ ਹੈ, ਤੁਸੀਂ ਵੇਖੇ ਹੋਣੇ ਨੇ ਕਈ। ਜੀ। ਜੇ ਉਹ ਬੰਦਾ ਪਾਕਿਸਤਾਨ ਦੇ ਬਾਰੇ ਇਹ ਖਿਆਲ ਰੱਖ ਚੁੱਕਿਆ ਕਿ ਯਾਰ ਇਹ ਤੇ ਕੋਈ ਬੜੀ ਵੱਡੀ ਬਲਾ ਨੇ, ਤੇ ਫਿਰ ਭਾਈ ਅਸੀਂ ਬਲਾ ਵਾਲਾ ਅਲਹਮਦੁਲਿਲਾ। ਔਰ ਸਾਨੂੰ ਇਸ ਬਲਾ ਹੋਣ ਤੇ ਫਖਰ ਹੈ, ਬਿਲਕੁਲ ਫਖਰ। ਪਾਕਿਸਤਾਨ ਦੇ 26 ਕਰੋੜ ਆਵਾਮ ਜਿਹੜੀ ਹੈ ਉਹ ਸਾਰੇ ਹੀ ਬਲਾਵਾਂ ਨੇ ਅਲਹਮਦੁਲਿਲਾ। ਕੁਝ ਗੰਦੇ ਆਂਡੇ ਕੱਢ ਕੇ। ਯਾਰ ਦੇਖੋ
ਅਗਰ 1000 ਵਿੱਚੋਂ ਕੋਈ ਇੱਕ ਅੱਧਾ ਗੰਦਾ ਨਿਕਲ ਆਉਂਦਾ ਨਾ ਜੀ ਹਾਂ ਤੇ ਉਹ ਇੰਝ ਹੀ ਸਮਝੋ ਬਈ ਜਿਵੇਂ ਜਿਵੇਂ ਨਜ਼ਰ ਵੱਟੂ ਨਹੀਂ ਹੁੰਦੇ, ਜੀ ਹਾਂ ਮੈਂ ਜਦੋਂ ਦਿਲ ਕੀਤਾ ਕੰਨ ਫਸਾਇਆ, 4 ਚਪੇੜਾਂ ਮਾਰੀਆਂ, ਚੱਲ ਚਾਹ ਲੈ ਕੇ ਆ, ਚੱਲ ਫਲਾਣੀ ਸ਼ੈ ਕਰ। ਇਹ ਕੱਛੇ ਦੀ ਰੌਣਕ ਨੇ। ਦੇਖੋ ਇਹ ਵੀ ਰੌਣਕ ਹੈ। ਇਹ ਅਗਰ ਯੂਥੀਏ ਨਾ ਹੋਣ, ਜੀ ਹਾਂ ਅੱਛਾ ਅਗਰ ਯੂਥਣਾ ਨਾ ਹੋਣ ਤੇ ਅਸੀਂ ਕੀ ਕਰੀਏ? ਇਹ ਮੈਂ ਨਹੀਂ ਗੱਲ ਕਰੀ, ਇਹ ਮੇਰੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈਗਾ ਯੂਥ ਨਾਲ ਆ। ਮੈਨੂੰ ਦੱਸੋ ਕਿ 2 ਹਿੱਸੇ ਨੇ ਇਸ ਸਵਾਲ ਦੇ। ਪਹਿਲੇ ਹਿੱਸੇ ਦੱਸੋ ਜੀ। ਇੱਕ ਤੇ ਜੰਗ ਜਿੱਤੀ ਹੈ ਤੁਸੀਂ ਆਪਣੇ ਬਹਾਦਰ ਜਵਾਨਾਂ ਨਾਲ, ਐਬਸੋਲੂਟ ਤੁਹਾਡੇ ਜਵਾਨਾਂ ਨੇ। ਇੱਕ ਜੰਗ ਜਿੱਤੀ ਤੁਸੀਂ ਆਪਣੀ ਸਫਾਰਤੀ ਜਿਹੜੀ ਤੁਹਾਡੀ ਜੰਗ ਹੈ ਨਾ, ਦੇਖੋ ਲੜਨ ਦੇ ਨਾਲ ਨਾਲ ਸਫਾਰਤੀ ਸਤ੍ਹਾ ਤੇ ਜਿਹੜੀ ਸਭ ਤੋਂ ਵੱਡੀ ਜੰਗ, ਸਭ ਤੋਂ ਵੱਡੀ ਜੰਗ ਹੈ। ਤੁਸੀਂ ਮੈਨੂੰ ਫੀਲਡ ਮਾਰਸ਼ਲ ਸਾਹਿਬ ਦੇ ਕਿਰਦਾਰ ਦੇ ਬਾਰੇ ਦੱਸੋ ਪਹਿਲੇ, ਫਿਰ ਉਸ ਤੋਂ ਬਾਅਦ ਮੈਨੂੰ ਤੁਸੀਂ ਸ਼ਾਬਾਸ਼ ਦੇ ਬਾਰੇ ਦੱਸੋ ਕਿ ਜਿਹੜੀਆਂ ਦੋਵੇਂ ਜੰਗਾਂ ਨਾਲ ਜਿੱਤੀਆਂ ਨਾ, 2 ਪੁੱਤਰਾਂ ਨੇ, 2 ਸਪੁੱਤਰਾਂ ਨੇ, ਇਹ ਧਰਤੀ ਦੇ ਪੁੱਤਰਾਂ ਨੇ ਨਾਂ ਰੋਸ਼ਨ ਕੀਤੇ ਨੇ। ਵਾਰੀ ਜ਼ਰਾ ਦੱਸੋ ਇਹਨਾਂ ਦੋਨਾਂ। ਸਰ ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਫੀਲਡ ਮਾਰਸ਼ਲ ਸਾਹਿਬ ਤੋਂ ਸ਼ੁਰੂ ਕਰਾਂਗਾ ਜੀ। ਇੱਕ ਤੇ ਇਹ ਤੁਹਾਡੇ ਪ੍ਰੋਗਰਾਮ ਦੀ ਤਫੱਸੁਸ ਨਾਲ ਅਸੀਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰ ਰਹੇ ਹਾਂ। ਬਿਲਕੁਲ ਠੀਕ ਹੈ। ਔਰ ਪੂਰੀ ਕੌਮ ਨੇ ਉਹਨਾਂ ਨੂੰ ਬੜੇ ਚਾਵਾਂ ਦੇ ਨਾਲ ਫੀਲਡ ਮਾਰਸ਼ਲ ਬਣਾਇਆ। ਔਰ ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਦੀ ਉਹ ਤਕਰੀਰ ਯਾਦ ਆ ਜਾਂਦੀ 13 ਅਪ੍ਰੈਲ ਵਾਲੀ, ਬਿਲਕੁਲ, ਜਿਹੜੀ ਉਹਨਾਂ ਇਸਲਾਮਾਬਾਦ ਕਨਵੈਨਸ਼ਨ ਦੇ ਵਿੱਚ ਕੀਤੀ ਸੀ। ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਕਿਸਤਾਨ ਜਿਹੜਾ ਉਹਦੇ ਨਾਲ ਕੋਈ ਵੇਖੇ ਦੇ ਅਸੀਂ ਅੱਖ ਕੱਢ ਦਿਆਂਗੇ, ਕੋਈ ਕਿਸੇ ਭੁੱਲ 'ਚ ਨਾ ਰਵੇ। ਔਰ ਉਸ ਤੋਂ ਬਾਅਦ ਉਹਨਾਂ ਸਾਬਤ ਕੀਤਾ ਪਾਕਿਸਤਾਨ ਦੀ ਫੌਜ ਨੇ, ਪਾਕਿਸਤਾਨ ਦੇ ਆਰਮੀ ਚੀਫ ਨੇ ਸਾਬਤ ਕੀਤਾ। ਔਰ ਉਹਨਾਂ ਲੋਕਾਂ ਨੂੰ ਸਾਬਤ ਕੀਤਾ ਕਿ ਜਿਹੜੇ ਕਹਿੰਦੇ ਸੀ ਕਿ ਸਾਡੇ ਕੋਲ ਤੇ ਤੇਲ ਹੀ ਕੋਈ ਨਹੀਂ, ਸਾਡੇ ਕੋਲ ਤੇ ਟੈਂਕ ਹੀ ਕੋਈ ਨਹੀਂ, ਸਾਡੇ ਕੋਲ ਤੇ ਗੋਲੇ ਹੀ ਕੋਈ ਨਹੀਂ, ਸ਼ਾਹ ਹੀ ਕੋਈ ਨਹੀਂ ਸਾਡੇ ਕੋਲ। ਔਰ ਅੱਜ ਪਾਕਿਸਤਾਨ ਦੀ ਫੌਜ ਨੇ 41 ਕਿਲੋਮੀਟਰ ਅੰਦਰ ਜਾ ਕੇ ਕਬਜ਼ਾ ਕਰਕੇ ਉੱਥੇ ਪਾਕਿਸਤਾਨ ਦਾ ਝੰਡਾ ਲਾਇਆ। ਬਿਲਕੁਲ, ਪਾਕਿਸਤਾਨ ਦਾ ਨਕਸ਼ਾ ਬਦਲਿਆ। ਬਿਲਕੁਲ ਬਦਲਿਆ। ਆਰਮੀ ਚੀਫ ਕੌਣ ਸੀ? ਫੀਲਡ ਮਾਰਸ਼ਲ ਮਨੀਰ। ਵਜ਼ੀਰ ਆਜ਼ਮ ਕੌਣ ਸੀ? ਮੀਆਂ ਮੁਹੰਮਦ ਸ਼ਵਾਜ। ਤਾਰੀਖ ਦੇ ਵਿੱਚ ਲਿਖਿਆ ਗਿਆ। ਬਿਲਕੁਲ ਲਿਖਿਆ। ਪਾਕਿਸਤਾਨ ਨੂੰ ਬਣਿਆ 78 ਸਾਲ ਹੋ ਗਿਆ ਜੀ। 78 ਸਾਲ ਦੇ ਵਿੱਚ ਜੰਗ ਜਿਹੜੀ ਹੈ ਮਾਡਰਨ ਜੰਗ ਇਸ ਸਦੀ ਦੀ, ਉਹ ਕਿਸ ਜਿੱਤੀ? ਫੀਲਡ ਮਾਰਸ਼ਲ ਨੇ ਜਿੱਤੀ। ਵਜ਼ੀਰ ਆਜ਼ਮ ਕੌਣ? ਮੀਆਂ ਮੁਹੰਮਦ ਸ਼ਵਾਜ ਸ਼ਰੀਫ। ਪਾਕਿਸਤਾਨ ਜਿੱਤਿਆ। ਪਾਕਿਸਤਾਨ ਦੀ 26 ਕਰੋੜ ਆਵਾਮ ਜਿੱਤੀ। ਅਸੀਂ ਤੇ ਪਹਿਲੇ ਕਹਾਣੀਆਂ ਸੁਣੀਆਂ ਸਨ, ਲੇਕਿਨ ਇਹ ਵੇਖੀਆਂ ਨੇ। ਇਹ ਉਹ ਜੰਗ ਹੈ ਜਿਹਦੇ 'ਚ ਅਸੀਂ ਸ਼ਰੀਕ ਸੀ। ਔਰ ਇਸ ਜੰਗ ਦੀ ਗਵਾਹੀ ਦੁਨੀਆ, ਜਿੱਤ ਦੀ ਗਵਾਹੀ ਦੁਨੀਆ ਦੇ ਰਹੀ ਹੈ। ਮਤਲਬ ਇਹ ਉਹ ਜੰਗ ਹੈ ਜਿਹੜੀ ਅਸੀਂ ਲੜੀ ਹੈ। ਯੈਸ। ਸੋਸ਼ਲ ਮੀਡੀਆ ਤੇ ਬੈਠ ਕੇ ਅਸੀਂ ਲੜੀ ਹੈ। ਬਿਲਕੁਲ ਠੀਕ। ਔਰ ਸਾਡੇ ਜਵਾਨਾਂ ਨੇ ਗਰਾਊਂਡ ਦੇ ਉੱਤੇ ਲੜੀ ਹੈ, ਸਾਡੇ ਜਹਾਜ਼ਾਂ ਨੇ ਫਜ਼ਾ ਦੇ ਵਿੱਚ ਲੜੀ ਹੈ, ਸਾਡੇ ਵਜ਼ੀਰ ਆਜ਼ਮ ਨੇ ਉੱਥੇ ਬਹਿ ਕੇ ਲੜੀ ਹੈ, ਸਾਡੇ ਆਰਮੀ ਚੀਫ ਨੇ ਬਾਰਡਰ ਦੇ ਉੱਤੇ ਖਲੋ ਕੇ ਲੜੀ ਹੈ। ਤੇ ਮੈਂ ਸਮਝਦਾ ਕਿ ਇਹ ਫੀਲਡ ਮਾਰਸ਼ਲ ਆਸਮ ਮਨੀਰ ਸਾਹਿਬ ਇੱਕ ਮੈਂ ਸਮਝਦਾ ਕਿ ਇੱਕ ਨੇਕ ਆਦਮੀ ਹੈ, ਹਾਫਿਜ਼ ਕੁਰਾਨ ਹੈ, ਤਹਜਦ ਗੁਜ਼ਾਰ ਆਦਮੀ ਹੈ। ਬੜੀ ਦੇਰ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਆਰਮੀ ਚੀਫ ਆਏ, ਸਾਰੇ ਹੀ ਬੜੇ ਅੱਛੇ ਸੀ। ਇਹ ਸਾਰਿਆਂ ਨੇ ਹੀ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਕੀਤੀਆਂ। ਲੇਕਿਨ ਜਿਹੜੇ ਮੁਸ਼ਕਲ ਮਰਾਹਲ ਫੀਲਡ ਮਾਰਸ਼ਲ ਨੂੰ ਮਿਲੇ, ਆਸਮ ਮਨੀਰ ਨੂੰ ਮਿਲੇ, ਉਹ ਕਿਸੇ ਨੂੰ ਵੀ ਨਹੀਂ ਮਿਲੇ। ਔਰ ਉਸ ਬੰਦੇ ਨੇ ਜਿਸ ਤਰ੍ਹਾਂ ਆਪਣੀ ਫੌਜ ਨੂੰ ਇਕੱਠਾ ਕੀਤਾ, 9 ਮਈ ਤੋਂ ਬਾਅਦ ਯਾਦ ਕਰੋ, ਬਿਲਕੁਲ ਇਸ ਤਰ੍ਹਾਂ ਇਕੱਠਾ ਕੀਤਾ। ਇਕੱਠਾ ਕਰਨ ਤੋਂ ਬਾਅਦ ਸਫਾਈਆਂ ਕੀਤੀਆਂ, ਸਫਾਈਆਂ ਕਰਨ ਤੋਂ ਬਾਅਦ ਗੱਲ ਨੂੰ ਅੱਗੇ ਤੋਰਿਆ। ਮੁਸ਼ਕਲਾਤਾਂ ਹਰ ਰੋਜ਼ ਆਉਂਦੀਆਂ ਗਈਆਂ, ਜੰਗ ਉੱਤੇ ਆ ਗਈ, ਜੰਗ ਲੜੀ, ਜੰਗ ਜਿੱਤੀ। ਔਰ ਉਸ ਤੋਂ ਬਾਅਦ ਉਹਨਾਂ ਨੂੰ ਫੀਲਡ ਮਾਰਸ਼ਲ ਜਿਹੜਾ ਬਣਾਇਆ ਗਿਆ। ਔਰ ਦੂਸਰੀ ਗੱਲ ਹੈ, ਪੂਰੀ ਦੁਨੀਆ ਦੇ ਵਿੱਚ ਫੀਲਡ ਮਾਰਸ਼ਲ ਦਾ ਨਾਮ ਵੱਜਦਾ ਹੈ। ਔਰ ਪੂਰੀ ਦੁਨੀਆ ਕਹਿੰਦੀ ਹੈ ਕਿ ਇਸ ਤਰ੍ਹਾਂ ਦਾ ਬੰਦਾ ਨਹੀਂ ਪਹਿਲੇ ਵੇਖਿਆ। ਆਰਮੀ ਚੀਫ ਤੇ ਸਾਰੇ ਹੀ ਬੜੇ ਅੱਛੇ ਹੁੰਦੇ ਨੇ, ਸਾਰੇ ਹੀ ਮੁਹੱਬੇ ਵਤਨ ਹੁੰਦੇ ਨੇ, ਸਾਰੇ ਹੀ ਆਪਣੇ ਮੁਲਕ ਵਾਸਤੇ ਜਾਨ ਨਿਛਾਵਰ ਕਰਦੇ ਨੇ। ਲੇਕਿਨ ਇਹ ਆਸਮ ਮਨੀਰ ਸਾਹਿਬ ਸਮਥਿੰਗ ਡਿਫਰੈਂਟ ਨਜ਼ਰ ਆਉਂਦਾ। ਔਰ ਮੈਂ ਬਿਲਕੁਲ ਇਹ ਕ੍ਰੈਡਿਟ ਕੀ ਇਹ ਸਾਰਾ ਕੁਛ ਹੀ ਹੈ। ਉਹਨਾਂ ਨੇ ਜਿਸ ਤਰ੍ਹਾਂ ਮੁਕਾਬਲਾ ਕੀਤਾ, ਜਿਸ ਤਰ੍ਹਾਂ ਜੰਗ ਲੜੀ, ਉਹ ਫਾਤਿਹ ਫੀਲਡ ਮਾਰਸ਼ਲ ਨੇ, ਫਾਤਿਹ ਸਾਡਾ ਜਰਨੈਲ ਹੈ। ਔਰ ਇਹਦੇ ਵਰਗਾ ਕੋਈ ਨਹੀਂ। ਔਰ ਮੈਂ ਸਮਝਦਾ ਕਿ ਜਿਹੜੇ ਅੱਗੋਂ ਸਾਰੇ ਨੇ, ਜਿਨ੍ਹਾਂ ਨੇ ਅੱਗੋਂ ਆਣਾ, ਉਹ ਸਾਰੇ ਦੇ ਸਾਰੇ ਆਸਮ ਮਨੀਰ ਨੇ। ਸਾਰੇ ਆਸਮ ਮਨੀਰ ਨੇ, ਅਲਹਮਦੁਲਿਲਾ। ਵਜ਼ੀਰ ਆਜ਼ਮ ਸਾਹਿਬ ਜੀ ਪਲੀਜ਼, ਔਰ ਇਸਾਕ ਡਾਰ ਸਾਹਿਬ ਜੀ, ਇਹ 2 ਵਾਹਿਦ ਸ਼ਖਸੀਅਤਾਂ ਨੇ। ਔਰ ਫੀਲਡ ਮਾਰਸ਼ਲ, ਇਹਨਾਂ ਨੇ ਜਿਹੜਾ ਭਾਰਤ ਨੂੰ ਸਿਫਰ ਕਰ ਦਿੱਤਾ ਸਫਾਰਤੀ ਮਹਾਜ਼ ਦੇ ਉੱਤੇ। ਭਾਰਤ ਉਹ ਮੁਲਕ ਸੀ ਜਿਹਦੇ ਨਾਲ ਪਾਕਿਸਤਾਨ ਦੇ ਨਾਲੋਂ ਕੋਈ 20 ਗੁਣਾ ਜ਼ਿਆਦਾ ਮਮਾਲਕ ਤਜਾਰਤ ਤੇ ਤਰੱਕੀ ਤੇ ਦੋਸਤ ਤੇ ਅੱਗਾ ਤੇ ਪਿੱਛਾ ਤੇ ਉਰਾਂ ਤੇ ਪਰਾਂ। ਅੱਜ ਪਾਕਿਸਤਾਨ ਦੇ ਨਾਲ ਕੌਣ ਹੈ? ਗਿਣੋ ਜ਼ਰਾ ਜੀ। ਪਾਕਿਸਤਾਨ ਦੇ ਨਾਲ ਅਮਰੀਕਾ, ਪਾਕਿਸਤਾਨ ਦੇ ਨਾਲ ਰੂਸ,
ਪਾਕਿਸਤਾਨ ਦੇ ਨਾਲ ਸਾਊਦੀ ਅਰੇਬੀਆ, ਪਾਕਿਸਤਾਨ ਦੇ ਨਾਲ ਕਤਰ, ਪਾਕਿਸਤਾਨ ਦੇ ਨਾਲ ਈਰਾਨ, ਪਾਕਿਸਤਾਨ ਦੇ ਨਾਲ ਮਲੇਸ਼ੀਆ, ਪਾਕਿਸਤਾਨ ਦੇ ਨਾਲ ਆਜ਼ਰਬਾਈਜਾਨ, ਪਾਕਿਸਤਾਨ ਦੇ ਨਾਲ ਤੁਰਕੀ, ਯੂ ਨੇਮ ਇਟ, ਚਾਈਨਾ ਉਹ ਤਾਂ ਸਾਡਾ ਭਰਾ ਹੋਇਆ ਨਾ ਵੈਸੇ ਹੀ। ਇਹਦੇ ਕੋਲ ਕੀ ਹੈ, ਗਾਨਾ, ਕੰਬੋਡੀਆ ਤੇ ਇਸ ਤਰ੍ਹਾਂ ਦੇ ਇੱਕ ਦੋ ਹੋਰ ਅਫਰੀਕਾ ਦੇ। ਯੂਨਾਈਟਿਡ ਨੇਸ਼ਨ ਦੇ ਸੈਸ਼ਨ 'ਚ ਨਹੀਂ ਜਾ ਰਿਹਾ, ਮੈਂ ਉਹੀ ਤੇ ਜਾ ਹੀ ਨਹੀਂ ਰਿਹਾ, ਨਹੀਂ ਨਾ ਜਾਣਾ, ਬਣਦਾ ਹੀ ਨਹੀਂ ਜਾਣਾ। ਕਿਸ ਮੂੰਹ ਨਾਲ ਜਾਣਾ? ਨਾ ਭਾਰਤੀ ਆਵਾਮ ਜਿਹੜੀ ਹੈ ਉਹ ਮੋਦੀ ਨੂੰ ਕਹਿੰਦੀ ਹੈ ਕਿ ਸਾਨੂੰ ਦੱਸ ਵੀ ਸਾਡੇ ਨੁਕਸਾਨ ਕਿੰਨਾ ਹੋਇਆ, ਨੁਕਸਾਨ ਹੀ ਦੱਸ ਦੇ। ਉਹ ਨੁਕਸਾਨ ਵੀ ਨਹੀਂ ਦੱਸਦਾ। ਉਹ ਤੇ ਅਗਲੇ ਦਿਨ ਉਹਨਾਂ ਦੇ ਇੱਕ ਵਜ਼ੀਰ ਨੇ, ਇੱਕ ਜਰਨੈਲ ਨੇ ਗੱਲ ਕੀਤੀ ਨਾ ਕਿ ਬਈ ਸਾਡੇ 6 ਡਿੱਗੇ ਨੇ, ਲੇਕਿਨ ਟਰੰਪ ਆਂਦਾ 7 ਡਿੱਗੇ। ਇਹ ਲੜਾਈ ਵੀ ਉਹਨਾਂ ਦੀ ਆਪਸ ਵਿੱਚ ਹੈ। ਭਾਈ ਟਰੰਪ ਦੀ ਗੱਲ ਸੁਣਨੀ ਹੈ ਕਿਉਂਕਿ ਜਿਹਦੇ ਕੋਲ ਸਬੂਤ ਨੇ। ਜੀ ਹਾਂ, ਬਿਲਕੁਲ ਠੀਕ ਹੈ ਨਾ। ਅਸਾਂ ਉਹਨਾਂ ਦੇ ਵਜ਼ੀਰ ਦੀ ਜਾਂ ਜਰਨੈਲ ਦੀ ਗੱਲ ਨਹੀਂ ਸੁਣਨੀ। 282 ਫੌਜੀਆਂ ਨੂੰ ਉਹਨਾਂ ਨੇ ਦਫਨਾਇਆ, ਜਿਹੜੇ ਬਾਰਡਰ ਦੇ ਉੱਤੇ ਸਾਡੇ ਮੁੰਡਿਆਂ ਨੇ ਉਹਨਾਂ ਨੂੰ ਖਿੱਚਿਆ, ਉਹਨਾਂ ਨੇ ਆਜ਼ਾਦ ਵੀ ਦਿੱਤੇ ਹੋਣਗੇ। ਜ਼ਰੀ ਗੱਲ ਉਹਨਾਂ ਦਾ ਆਪਣੇ ਮੁਲਕ ਦਾ ਇੱਕ ਫੌਜ ਇਹ ਮਾਮਲਾ, ਜਿਹੜੀ ਵੀ ਫੌਜ ਉਹਨਾਂ ਨੇ ਆਪਣਾ 282 ਉਹਨਾਂ ਮੰਨ ਲਿਆ ਕਿ ਇਹ ਮਰੇ ਨੇ। ਉਹ ਕਿੰਨਾ ਮਾਰੇ ਨੇ? ਅਸੀਂ ਹੀ ਮਾਰੇ ਨੇ, ਆਫ ਕੋਰਸ, ਠੀਕ ਹੈ ਨਾ, ਪੂਰੀ ਦੁਨੀਆ ਜਾਣਦੀ। ਉਹ ਜਿਹੜੀ ਉਹ ਸ਼ਿਵਾਂਗੀ ਹੈ ਉਹ ਕਿੱਥੇ ਹੈ? ਅੱਜ ਤੱਕ ਨਹੀਂ ਲੱਭਦੀ ਪਈ, ਅੱਜ ਤੱਕ ਨਹੀਂ ਲੱਭਦੀ ਪਈ ਉਹਨਾਂ ਦੇ ਕੋਲ। ਉਹਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ? ਸਾਹਮਣੇ ਲੈ ਕੇ ਆਣਗੇ ਤੇ ਪਤਾ ਲੱਗ ਜਾਏਗਾ ਰਫੇਲ ਡਿੱਗੇ ਨੇ ਸਾਰੇ। ਉਹ ਰਫੇਲ ਚਲਾਉਂਦੀ ਸੀ ਨਾ ਪਈ। ਜੀ ਤੇ ਸ਼ਿਵਾਂਗੀ ਜਿਹੜੀ ਉਹਨਾਂ ਦੇ ਕੋਲ, ਨਾ ਹੀ ਮਰੀ ਹੈ ਨਾ ਹੀ ਉਹਨਾਂ ਦੇ ਕੋਲ ਹੀ ਰੱਖੀ ਉਹਨਾਂ ਜ਼ਖਮੀ। ਜ਼ਾਰੀ ਗੱਲ ਉਹ ਡਿੱਗੀ ਉੱਥੇ ਤੇ ਗੱਲ ਖਤਮ। ਉਹਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ? ਫਰਾਂਸ ਦੀ ਜਿਹੜੀ ਕੰਪਨੀ ਆ ਰਫੇਲ ਦੀ, ਉਹਨੂੰ ਵਿਜ਼ਿਟ ਕਿਉਂ ਨਹੀਂ ਕਰਾਉਂਦੇ ਆਪਣੇ ਉਹ ਜਿੱਥੇ ਆਪਣਾ ਜਿੱਥੇ ਰਫੇਲ ਨੇ ਉਹਨਾਂ ਦੇ ਕਿਉਂ ਨਹੀਂ ਕਰਾਉਂਦੇ? ਤੇ ਇਸ ਵਾਸਤੇ ਪਾਕਿਸਤਾਨ ਦੀ ਸਫਾਰਤਕਾਰੀ ਇਸ ਵਕਤ ਇਹ ਜਿਹੜੀ ਸਦੀ ਗੁਜ਼ਰਦੀ ਹੈ ਪਈ, ਇਹਦੇ 'ਚ ਸਭ ਤੋਂ ਬਿਹਤਰੀਨ ਹੈ। ਔਰ ਮੈਂ ਸਮਝਣਾ ਕਿ ਇਸਾਕ ਡਾਰ ਸਾਹਿਬ 24 ਘੰਟੇ ਕੰਮ ਕਰਨ ਵਾਲਾ ਬੰਦਾ ਹੈ। ਔਰ ਸ਼ਹਿਬਾਜ਼ ਸ਼ਰੀਫ ਸਾਹਿਬ ਤੇ ਸੌਂਦੇ ਹੀ ਨਹੀਂ ਨਾ, ਇਹ ਤਾਂ ਸਾਨੂੰ ਪਤਾ ਹੀ ਹੈ। ਤੇ ਇਹ ਔਰ ਜੋੜੀ ਨਾਲ ਇਹਨਾਂ ਦੀ ਹਾਫਿਜ਼ ਸਾਹਿਬ ਨਾਲ, ਕਿਆ ਬਾਤ। ਔਰ ਮੈਂ ਸਮਝਣਾ ਕਿ ਇਹ ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਕਿ ਇੱਕ ਬਦਬਖਤ ਜਿਹੜਾ ਉਹ ਜਦੋਂ ਦਾ ਅਸੀਂ ਉਹਨੂੰ ਜੇਲ੍ਹ ਦੇ ਵਿੱਚ ਤੁੰਨੇ ਆ, ਪਾਕਿਸਤਾਨ ਨੂੰ ਕਾਮਯਾਬੀਆਂ ਹੀ ਕਾਮਯਾਬੀਆਂ ਉਹਦੇ ਲਈ ਪਾਸੇ ਆ ਰਹੇ ਹਾਂ, ਉਹਦੇ ਲਈ ਪਾਸੇ ਆ ਰਹੇ ਹਾਂ। ਲੇਕਿਨ ਇੱਕ ਸਵਾਲ ਇਸ ਤੋਂ ਪਹਿਲੇ, ਉਸ ਤੋਂ ਬਾਅਦ ਅੱਗੋਂ ਜ਼ਾਹਿਰ ਸਾਊਦੀ ਸ਼ਹਿਜ਼ਾਦੇ ਦੀਆਂ ਘੜੀਆਂ ਤੋਂ ਲੈ ਕੇ ਤੇ 7 ਕਰੋੜ ਦੇ ਤੋਹਫੇ ਗੱਲ ਕਰਾਂਗੇ। ਲੰਡਨ ਦੇ ਵਿੱਚ ਵਜ਼ੀਰ ਆਜ਼ਮ ਸਾਹਿਬ ਇਸ ਵਕਤ ਮੌਜੂਦ ਨੇ ਔਰ OPF ਦੇ ਚੇਅਰਮੈਨ ਸੈਯਦ ਕਮਰ ਅਦਾ ਸ਼ਾਹ ਸਾਹਿਬ ਜੀ ਨੇ ਇਸ ਤੋਂ ਪਹਿਲੇ ਅਮਰੀਕਾ ਦੇ ਵਿੱਚ 2 ਬੜੇ ਵੱਡੇ ਈਵੈਂਟ ਕਰਵਾ ਚੁੱਕੇ ਨੇ। ਬਰਸਲ ਦੇ ਵਿੱਚ ਜਨਾਬ ਤਸ਼ਰੀਫ ਨਹੀਂ ਲਿਆ ਚੁੱਕੇ ਕੁਝ ਫੈਮਿਲੀ ਦੀ ਮਸਰੂਫੀਆਤ ਦੀ ਪਾਰੋਂ, ਲੇਕਿਨ ਮੈਂ ਉੱਥੇ ਉਹ ਤਕਰੀਬਨ ਦੇ ਸੁਣੀ ਹੈ ਜਿੱਥੇ 1200 ਬੰਦਾ ਸੀ। ਤੇ ਕੱਲ ਲੰਡਨ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਲੱਗਾ। ਇਸ ਟਾਈਮ ਇੱਕ ਰੋਲਾ ਪਿਆ ਹੈ ਕਿ ਉਹਦੇ 'ਚ ਸ਼ਿਰਕਤ ਕਿਵੇਂ ਕਰਨੀ ਹੈ, ਕਿ ਲੱਖਾਂ ਦੀ ਤਾਦਾਦ ਲੋਕ ਜਾਣਾ ਚਾਹੁੰਦੇ ਨੇ, ਲੇਕਿਨ ਉੱਥੇ 1-ਅੱਧਾ ਹਜ਼ਾਰ ਹੀ ਜਾਏਗਾ। ਲੰਡਨ ਜਿਹੜੀ ਉਹਦੇ ਬਾਰੇ ਕੀ ਕਹੋਗੇ ਤੁਸੀਂ? ਜੀ ਬਿਲਕੁਲ, ਦੇਖੋ ਲੰਡਨ ਦੇ ਵਿੱਚ ਵਜ਼ੀਰ ਆਜ਼ਮ ਸਾਹਿਬ ਪਹੁੰਚ ਚੁੱਕੇ ਨੇ ਜੀ, ਔਰ ਉਹਨਾਂ ਦੀ ਕਬੀਨਾ ਦੇ ਵੀ ਕੁਝ ਮੌਜੂਦ ਮੈਂਬਰਾਨ ਪਹੁੰਚ ਚੁੱਕੇ ਨੇ, ਵਜ਼ੀਰ ਖਾਰਜਾ ਸਾਹਿਬ ਵੀ ਪਹੁੰਚ ਚੁੱਕੇ ਨੇ। ਔਰ ਲੰਡਨ ਦੇ ਵਿੱਚ ਮਾਰਕਾ ਹੱਕ ਜੀ ਔਰ ਉਸ ਤੋਂ ਬਾਅਦ ਸਾਊਦੀ ਮੁਆਹਦਾ ਜੀ, ਇਹ ਸਾਰੀਆਂ ਚੀਜ਼ਾਂ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ। ਔਰ ਵਜ਼ੀਰ ਆਜ਼ਮ ਸਾਹਿਬ ਜਿਹੜੇ ਨੇ ਉਹ ਆਪਣੇ ਓਵਰਸੀਜ਼ ਪਾਕਿਸਤਾਨੀਆਂ ਨੂੰ ਇੱਕ ਤੇ ਦੱਸਣਗੇ, ਠੀਕ ਹੈ, ਕਿ ਉਹਨਾਂ ਨੇ ਇਹ ਮਾਰ ਕੇ ਕਿਸ ਤਰ੍ਹਾਂ ਮਾਰੇ, ਔਰ ਇਹ ਮਾਰ ਕੇ ਔਰ ਸਾਊਦੀ ਅਰਬ ਦੇ ਨਾਲ ਜਿਹੜਾ ਮੁਆਹਦਾ, ਇਹਦੇ ਫਵਾਇਦ ਔਰ ਸਾਰੀਆਂ ਚੀਜ਼ਾਂ। ਔਰ ਉਸ ਤੋਂ ਬਾਅਦ ਇਤਮਾਦ ਦੇ ਵਿੱਚ ਲੈਣਗੇ ਕਿ ਅਗਲੇ 2 ਸਾਲ ਦਾ 3 ਸਾਲ ਦਾ ਕੀ ਪਲਾਨ ਹੈ, ਔਰ ਓਵਰਸੀਜ਼ ਪਾਕਿਸਤਾਨੀਆਂ ਨੂੰ ਕਿਸ ਤਰ੍ਹਾਂ ਕੀ ਸਹੂਲਤ ਮਿਲੇਗੀ। ਇਹ ਸਾਰੀਆਂ ਚੀਜ਼ਾਂ ਨੇ। ਔਰ ਇੰਨੀ ਦੁਨੀਆ ਆਉਣਾ ਚਾਹ ਰਹੀ ਹੈ, ਇੰਨੀ ਦੁਨੀਆ ਆਉਣਾ ਚਾਹ ਰਹੀ ਹੈ ਕਿ ਸਾਡਾ ਫੋਨ ਨਹੀਂ ਰੁਕਦਾ ਪਿਆ। ਤੁਹਾਡੇ ਫੋਨ ਤੇ ਵੀ ਵੱਜਦਾ, ਬਿਲਕੁਲ ਜਿਵੇਂ ਟਾਈਮ ਨਜ਼ਦੀਕ ਆ ਰਿਹਾ ਅਸੀਂ ਜਾਣਾ। ਤੇ ਉਹ ਜ਼ਰੀ ਗੱਲ ਇਹ ਤੇ ਫਿਰ ਕੋਈ 1000-1500 ਲੋਕਾਂ ਦੀ ਫਿਰ ਇੱਥੇ ਹੋਰ ਫਿਰ ਕੀ ਇੱਥੇ ਹੁੰਦੇ ਨੇ। ਤੇ ਮੈਂ ਸਮਝਦਾ ਕਿ ਇਹ ਪ੍ਰੋਗਰਾਮ ਬਹੁਤ ਅੱਛਾ ਹੋਏਗਾ। ਉਹਦੇ 'ਚ ਓਵਰਸੀਜ਼ ਪਾਕਿਸਤਾਨੀਆਂ ਨੂੰ ਫਾਤਿਹ ਵਜ਼ੀਰ ਆਜ਼ਮ ਪਾਕਿਸਤਾਨ ਦਾ, ਜਿਹੜਾ ਫਤਹ ਕਰਕੇ ਆਇਆ, ਜਿਹੜਾ ਜੰਗ ਜਿੱਤ ਕੇ ਆਇਆ ਔਰ ਉਸ ਤੋਂ ਬਾਅਦ ਐਡਾ ਵੱਡਾ ਮੁਆਹਦਾ ਕਰਕੇ ਆਇਆ, ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦਾ ਸਾਨੂੰ ਨਹੀਂ ਪਤਾ, ਵਜ਼ੀਰ ਆਜ਼ਮ ਸਾਹਿਬ ਉਹ ਆਵਾਮ ਦੇ ਸਾਹਮਣੇ ਰੱਖਣ ਦੇ ਔਰ ਆਪਣੀ ਓਵਰਸੀਜ਼ ਕਮਿਊਨਿਟੀ ਨੂੰ ਇਤਮਾਦ ਦੇ ਵਿੱਚ ਲੈਣਗੇ ਇਨਸ਼ਾ ਅੱਲਾਹ ਸਰਪ੍ਰਾਈਜ਼ ਵੀ ਹੋ ਸਕਦਾ ਨਾਲ, ਉਹਦਾ ਕੱਲ ਹੀ ਪਤਾ ਲੱਗੇਗਾ। ਸਰ ਆ ਜਾਓ ਹੁਣ ਤੁਸੀਂ ਜ਼ਰਾ, ਅੱਜ ਕੱਲ ਇੱਕ ਤੋਸ਼ਾਖਾਨਾ ਕੇਸ 2 ਚੱਲਦਾ ਪਿਆ ਜਿਹਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਸਾਊਦੀ ਸ਼ਹਿਜ਼ਾਦੇ ਵੱਲੋਂ ਇੱਕ ਬੁਲਗਾਰੀ ਦਾ ਕੋਈ ਸੈੱਟ ਹੈ, ਉਹਦੀ ਕੋਈ 7.5 ਕਰੋੜ ਕੀਮਤ ਦੱਸਦੇ ਨੇ। ਹੁਣ ਉਹਨਾਂ ਦੇ 2 ਜਿਹੜੇ ਮੁਲਾਜ਼ਮ ਨੇ ਜਿਹੜੇ ਉਸ ਸਮੇਂ ਉਹਨਾਂ ਕੰਮ ਕਰਦੇ ਪਏ ਸਨ, ਉਹ ਗਵਾਹੀਆਂ ਦਿੰਦੇ ਪਏ ਨੇ ਕਿ ਉਹਦੀ ਇੱਕ ਤੇ 59 ਲੱਖ 59 ਜਿਹੜਾ ਲੱਖ ਉਹਦੀ ਪ੍ਰਾਈਜ਼ ਲਵਾ ਕੇ ਤੇ 29 ਲੱਖ ਰੁਪਇਆ ਖਜ਼ਾਨੇ ਜਮ੍ਹਾਂ ਕਰਾ ਕੇ 7.5 ਕਰੋੜ ਦਾ ਡਕਾਰ ਮਾਰ ਗਏ ਨੇ ਦੋਨੋਂ ਮੀਆਂ ਬੀਵੀ, ਜਿਹੜੇ ਇਸ ਵਕਤ ਅਡਿਆਲਾ ਜੇਲ੍ਹ ਵਿੱਚ ਨੇ। ਕੀ ਖਬਰ ਹੈ ਤੁਹਾਡੇ ਕੋਲ? ਜੀ ਦੇਖੋ, ਜਿਨ੍ਹਾਂ ਨੇ
ਸੋਨੇ ਦਾ ਲੋਟਾ ਨਹੀਂ ਸੀ ਛੱਡਿਆ, ਓਏ ਹੋਏ 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 ਹੋਏ। ਉਹਨਾਂ ਨੇ ਬੁਲਗਾਰੀ ਦਾ ਸੈੱਟ ਛੱਡਣਾ ਸੀ। ਔਰ ਮੈਨੂੰ ਇੱਥੇ ਇਹ ਵੀ ਤਕਲੀਫ ਇੱਕ ਗੱਲ ਦੀ ਹੈ, ਇਹ ਜਿਹੜੇ ਸਾਡੇ ਅਰਬੀ ਦੋਸਤ ਨੇ, ਜੀ ਇਹ ਦਿੰਦੇ ਕਿਉਂ? ਬਸ ਤੁਸੀਂ ਬੰਦਾ ਵੇਖ ਕੇ ਸ਼ਾਇਦ ਦਿਆ ਕਰੋ, ਕਰਵਾ ਲਿਓ, ਠੀਕ ਹੈ ਨਾ। ਮੈਂ ਪਹਿਲਾਂ ਤੁਸੀਂ ਪੀਰਨੀ ਦੀ ਤਾਰੀਖ ਪਾ ਲੈਂਦੇ ਜਾਂ ਸਾਡੇ ਕੋਲ ਪੁੱਛ ਲੈਂਦੇ, ਉਸ ਤੋਂ ਬਾਅਦ ਤੁਸੀਂ ਤੋਹਫੇ ਇਹਨਾਂ ਨੂੰ ਦੇਣੇ ਸੀ। ਹੁਣ ਉਹ ਬੁਲਗਾਰੀ ਦਾ ਸੈੱਟ ਜਿਹੜਾ ਉਹ 8-10 ਕਰੋੜ ਦਾ ਸੈੱਟ ਹੈ ਨਾ ਜੀ, 29 ਕਰੋੜ ਦਾ 7.5 ਕਰੋੜ ਹਾਂ, sorry। ਠੀਕ ਹੈ ਨਾ। ਠੀਕ। ਉਹ 8-10 ਕਰੋੜ ਦਾ ਉਹ ਸੈੱਟ ਹੈ ਜੀ। ਉਹਨੂੰ ਆਪਣੇ ਮੁਲਾਜ਼ਮਾਂ ਦੇ ਥਰੂ ਹੀ ਵੇਚ ਕੇ ਤੇ ਜਲਦੀ ਜਿਹੜਾ ਉਹਨੂੰ ਖਾ ਕੇ ਤੇ ਉਹ ਪੈ ਜਾਂਦੇ ਨੇ ਸਾਰੇ ਕਾਨੂੰਨ ਤੋੜ ਕੇ। ਔਰ ਫਿਰ ਇਹ ਕਹਿਣਾ ਕਿ ਸਾਡੇ ਤੋਹਫੇ ਨੇ, ਸਾਡੀ ਮਰਜ਼ੀ ਹੈ। ਹਾਂਜੀ। ਤੁਹਾਡੇ ਤੋਹਫੇ ਨਹੀਂ, ਇਹ ਸਟੇਟ ਦੇ ਤੋਹਫੇ, State ਦੇ ਇਹ ਪਾਕਿਸਤਾਨ ਦੇ ਤੋਹਫੇ ਨੇ। ਉਹ ਜਿਹੜਾ ਲੋਟਾ ਸੀ ਨਾ ਸੋਨੇ ਦਾ 3 ਕਿਲੋ ਦਾ, ਜੀ। ਉਹ ਵੀ ਪਾਕਿਸਤਾਨ ਦਾ ਤੋਹਫਾ ਸੀ ਜਿਹੜਾ ਤੁਸੀਂ ਵੇਚਿਆ। ਔਰ ਉਸ ਤੋਂ ਬਾਅਦ ਉਹ ਜ਼ਮਾਨ ਪਾਰਕ ਚੋਂ ਜਾ ਕੇ ਲੱਭਾ, ਜਦੋਂ ਮੁਰਸ਼ਦ ਨੂੰ ਫੜਿਆ, ਮੁਰਸ਼ਦ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਨਾ ਨੰਗਿਆਂ ਉਹਦੇ ਚੋਂ ਜ਼ਮਾਨ ਪਾਰਕ ਚੋਂ, ਜੀ। ਉਦੋਂ ਉਹ ਲੋਟਾ ਉੱਥੇ ਵੇਖਿਆ ਗਿਆ ਸੀ, ਸਾਂਭ ਕੇ ਰੱਖਿਆ ਸੀ। ਉੱਥੇ ਪਿਆ ਲੋਟਾ। ਹੁਣ ਉਹ ਜਿਹੜਾ ਲੋਟਾ ਉਹਦੀ ਵੀ ਸਜ਼ਾ ਹੋਣੀ, ਉਹ ਲੋਟੇ ਦੀ ਸਜ਼ਾ ਨੂੰ ਪਤਾ ਨਹੀਂ 10 ਸਾਲ ਹੁੰਦੀ, 15 ਸਾਲ ਹੁੰਦੀ। ਸੋਨੇ ਦਾ ਲੋਟਾ ਪਾਇਆ ਨਾ 3 ਕਿਲੋ ਜੀ। ਕੋਈ ਛੋਟੀ ਗੱਲ ਤੇ ਨਹੀਂ ਨਾ, ਪਾਸੇ ਦਾ ਸੋਨਾ। ਮਤਲਬ ਤੁਸੀਂ ਉਸ ਲੋਟੇ ਨੂੰ ਚਟਣਾ ਉੱਥੇ ਰੱਖ, ਇਹ ਉੱਥੇ ਪਿਆ ਰਹਿੰਦਾ ਜਿੱਥੇ ਪਿਆ ਸੀ, ਤੇ ਠੀਕ ਨਹੀਂ ਸੀ। ਉਹਦੀ ਵੱਧ ਤੋਂ ਵੱਧ ਕੀਮਤ ਕਿੰਨੀ ਹੋਏਗੀ? 5 ਕਰੋੜ ਹੋਏਗੀ, 10 ਕਰੋੜ ਹੋਏਗੀ, 50 ਕਰੋੜ ਵੀ ਹੋਵੇ। ਪਰ ਤੁਸੀਂ ਲੋਟਾ ਕਰਨਾ ਕੀ? ਜਾਂ ਤੇ ਉੱਤੇ ਬਹਿਣਾ ਲੋਟੇ ਦੀ ਚੁੰਝ ਤੇ ਕਿ ਜੀ ਆ ਮੈਂ ਸੋਨੇ ਦੇ ਲੋਟੇ ਦੀ ਚੁੰਝ ਤੇ ਬੈਠੀ ਆ, ਮੈਂ ਬੜਾ ਜਨਾਬ। ਮਤਲਬ ਯਾਰ ਕੋਈ ਗੱਲ ਹੈ, ਕੋਈ ਬੰਦਾ ਕੋਈ ਸ਼ੈ ਛੱਡ ਦਿੰਦਾ ਹੈ। ਇਹਨਾਂ ਨੇ ਤੇ ਉੱਥੇ ਪਿਰਚਾਂ, ਕੱਪ, ਚਮਚ, ਕੋਈ ਸ਼ੈ ਨਹੀਂ ਛੱਡੀ, ਠੀਕ ਹੈ। ਤੇ ਇਸ ਕੇਸ ਦੇ ਵਿੱਚ ਵੀ ਗਵਾਹੀਆਂ ਪੈ ਚੁੱਕੀਆਂ ਨੇ। ਜਿਹੜੇ ਇਹਦੇ ਮਿਲਟਰੀ ਸੈਕਟਰੀ ਜੀ ਔਰ ਡਿਪਟੀ ਮਿਲਟਰੀ ਸੈਕਟਰੀ, ਜੀ ਇਹ ਦੋਨੋਂ ਔਰ ਤੋਸ਼ਾਖਾਨਾ ਦਾ ਜਿਹੜਾ ਸਟਾਫ ਹੈ, ਜੀ ਮੇਰੇ ਖਿਆਲ ਦੇ ਮੁਤਾਬਕ 18 ਗਵਾਹੀਆਂ ਇਸ ਜੀ, ਜੀ, ਵਕਤ ਤੱਕ ਪੈ ਚੁੱਕੀਆਂ ਨੇ। ਜੀ। ਔਰ ਇਹਦੇ ਵਿੱਚ ਵੀ ਇਹਨਾਂ ਨੂੰ 7 ਤੋਂ 10 ਸਾਲ ਸਜ਼ਾ ਹੁੰਦੀ ਮੈਨੂੰ ਨਜ਼ਰ ਆ ਰਹੀ ਹੈ। ਇਹਦੇ ਤੋਂ ਜਾਨ ਨਹੀਂ ਛੁੱਟਦੀ। ਹਾਂ, ਇਹ ਤੋਸ਼ਾਖਾਨਾ ਚੋਰੀ ਕੇਸ ਨੰਬਰ 2 ਜਿਹਨੂੰ ਕਹਿੰਦੇ ਹੋ, ਜੀ। ਇਹਦੇ 'ਚ ਵੀ ਸਜ਼ਾ ਹੁੰਦੀ ਆ ਰਹੀ ਹੈ। ਔਰ ਅਗਲੇ ਮੇਰੇ ਖਿਆਲ ਦੇ ਮੁਤਾਬਕ ਉਹ ਐਵੇਂ 2.5 ਫਾਟੀ ਹੁਣ 15 ਦਿਨਾਂ ਦੀ ਖੇਡ ਹੈ। 15 ਦਿਨਾਂ ਦੀ ਖੇਡ ਹੈ। ਉਸ ਤੋਂ ਬਾਅਦ ਇਹ ਗਿਆ ਲਾਹੌਰ। ਅੱਛਾ, ਬੁਸ਼ਰਾ ਬੀਬੀ ਦਾ ਕੀ ਮੁਸਤਕਬਲ ਹੈ? ਕਿਸ ਤਰ੍ਹਾਂ ਵੇਖ ਰਹੇ ਹੋ? ਸੁਣਿਆ ਕੋ ਕਹਿੰਦੀ ਵੀ ਕੋਈ ਡੀਲ ਸ਼ੀਲ ਕਰਦੀ ਵੀ ਮੈਨੂੰ ਕੱਢੋ ਤੇ ਖਾਂ ਦਾ ਫੱਟਾ ਮੈਂ ਚੁੱਕਣੀ ਆ। ਸਰ ਦੇਖੋ, ਪੀਰਨੀ ਦਾ ਮੁਸਤਕਬਲ ਮੇਰੇ ਖਿਆਲ ਦੇ ਮੁਤਾਬਕ ਤੇ ਰੋਸ਼ਨ ਹੀ ਹੈ। ਅੱਛਾ ਜੀ। ਦੇਖੋ, 285 ਕਨਾਲ ਜ਼ਮੀਨ ਜਿਹੜੀ ਮਲਕ ਰਿਆਜ਼ ਕੋਲ ਲਈ ਹੈ, ਉਹਦੀ 10 ਅਰਬ ਕੀਮਤ ਆ। ਜੀ। ਉਹ ਛੱਡਦੀ ਆ, ਰੋਸ਼ਨ ਹੀ ਨਾ ਮੁਸਤਕਬਲ। ਮੁਸਤਕਬਲ ਹੀ ਰੋਸ਼ਨ ਹੀ। ਹੁਣ ਅੱਗੋਂ ਇਹ ਜ਼ਮਾਨ ਪਾਰਕ ਜਿਹੜਾ ਜੀ। ਉਹ ਬਣੀ ਗੱਲ ਆ। ਅੱਗੋਂ ਰਮਲ ਯੂਨੀਵਰਸਿਟੀ, ਉਸ ਤੋਂ ਬਾਅਦ ਉਹ ਜਿੰਨਾ ਵਾਲੀ ਯੂਨੀਵਰਸਿਟੀ, ਉਸ ਤੋਂ ਬਾਅਦ ਜਿਹੜੇ ਬਾਹਰ ਅਕਾਊਂਟ ਨੇ, ਦੁਬਈ 'ਚ ਫਲੈਟ ਪ੍ਰਾਪਰਟੀਆਂ, ਮਤਲਬ ਕਿ ਮਾਲ ਤੇ ਢੇਰ ਸਾਰਾ। ਗੋਗੀ ਸ਼ੋਗੀ ਦੇ ਨਾਂ ਤੇ ਢੇਰ ਸਾਰਾ ਮਾਲ ਹੈ, ਬੜਾ ਕੁਝ ਲੈ ਗਈ ਨਾ ਜੀ। ਹੁਣ ਉਹਦੇ 'ਚ ਇਹ ਵੇ ਕਿ ਇਹ ਕਿਵੇਂ ਛੱਡੇ ਪੀਰਨੀ ਇਸ ਸਟੇਜ ਤੇ, ਉਹਨੂੰ ਛੱਡੇਗੀ ਤੇ ਕੱਖ ਨਹੀਂ ਮਿਲੇਗਾ। ਉਹ ਪੀਰਨੀ ਤੇ ਇਸੇ ਇੰਤਜ਼ਾਰ 'ਚ ਹੋਏਗੀ ਨਾ ਕਿ ਮੁਰਸ਼ਦ ਅੱਖ ਮੀਟੇ ਆਹਾ। ਤੇ ਯੂਥੀਆ ਵੀ ਮੇਰੇ ਤੇ ਜਦਾਦ ਵੀ ਮੇਰੀ। ਲੇਕਿਨ ਜਿਹੜੀ ਦੂਸਰੀ ਆ ਮਾਈ ਆਪਣਾ ਅਲੀਮਾ, ਉਹ ਕਹਿੰਦੀ ਹੈ ਮੈਂ ਦੋਵੇਂ ਅੱਖ ਮੀਟਣ ਤੇ ਸਾਰਾ ਕੁਝ ਮੇਰਾ। ਇਹ ਰੌਲਾ ਹੁਣ ਪ੍ਰਾਪਰਟੀ ਦਾ, ਜਦਾਦ ਦਾ, ਇਹਦੇ 'ਚ ਕੋਈ ਇਖਲਾਕੀਆਤ ਵੀ ਕੋਈ ਨਹੀਂ ਰਹਿ ਗਈ। ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਆਪਸ ਵਿੱਚ ਇਹਨਾਂ ਦੀ ਸੋਸ਼ਲ ਮੀਡੀਆ ਲੜਦੀ ਹੈ। ਅਲੀਮਾ ਵਾਲੇ ਉਹਨੂੰ ਗਾਲਾਂ ਕੱਢਦੇ ਆ, ਉਹਦੇ ਵਾਲੇ ਉਹਨੂੰ ਗਾਲਾਂ ਕੱਢਦੇ ਆ। ਇੱਕ ਅਜੀਬ ਖਿਚੜੀ ਜੀ ਪੱਕ ਗਈ ਹੈ। ਲੇਕਿਨ ਮੇਰੇ ਖਿਆਲ ਦੇ ਮੁਤਾਬਕ ਉਸ ਸਟੇਜ ਤੋਂ ਗੁਜ਼ਰ ਚੁੱਕੇ ਹਾਂ ਅਸੀਂ ਕਿ ਜਿੱਥੇ ਪੀਰਨੀ ਵਾਦਾ ਮਫਗਵਾ ਬਣੇ। ਉਹ ਸਟੇਜ ਗੁਜ਼ਰ ਚੁੱਕੀ ਹੈ। ਹੁਣ ਇੰਝ ਹੀ ਹੈ ਬਈ ਇਹਨੇ ਵੀ ਅੰਦਰ ਹੀ ਰਹਿਣਾ ਤੇ ਉਹਨੇ ਵੀ ਅੰਦਰ ਹੀ ਰਹਿਣਾ। ਪਤਾ ਨਹੀਂ ਅਲੀਮਾ ਦੀਆਂ ਦੁਆਵਾਂ ਕਦੋਂ ਕਬੂਲ ਹੁੰਦੀਆਂ ਨੇ ਕਿ ਇਹ ਦੋਵੇਂ ਅੱਖਾਂ ਮੀਟ ਜਾਣ ਔਰ ਚੌਂ ਪਾਵੇ ਵਾਲੀਆਂ ਮੰਜੀਆਂ ਤੇ ਬਾਹਰ ਆਉਣ। ਚੌ ਮੰਜ਼ਲੀ ਪੈ। ਅਲੀਮਾ ਦੇ ਬਾਰੇ ਮੈਂ ਇੱਕ ਸਵਾਲ ਕਰਨਾ ਤੁਹਾਨੂੰ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਦੱਸੋ, ਕੱਲ ਇੱਕ ਦਰਖਾਸਤ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਹੈ, ਉਹ ਇਮਰਾਨ ਖਾਨ ਸਾਹਿਬ ਨੇ ਖੁਦ ਤੇ ਨਹੀਂ ਕੀਤੀ, ਨਾ ਹੀ ਬੁਸ਼ਰਾ ਬੀਬੀ ਨੇ ਕੀਤੀ ਹੈ। ਉਹ ਕੋਈ ਇੱਕ ਬਾਹਰੋਂ ਆਮ ਆਜ਼ਾਦ ਬੰਦਾ ਹੈ ਤੁਹਾਡੇ ਮੇਰੀ ਵਾਂਗ, ਉਹਨੇ ਕਿਹਾ ਜੀ ਕਿ ਹਰ ਕੈਦੀ ਦੇ ਹਕੂਕ ਹੁੰਦੇ ਨੇ ਜੇਲ੍ਹ ਦੇ ਵਿੱਚ, ਉਹ ਆਪਣੀ ਜ਼ੌਜਾ ਨਾਲ ਮਿਲ ਸਕਦਾ ਔਰ ਮਤਲਬ ਕਿ ਲੀਗਲ ਲਫ਼ਜ਼ ਹੈ, ਅਸੀਂ ਉਹਦਾ ਨਾਂ ਵੀ ਨਾ ਲਈਏ, ਹੁਣ ਪਤਾ ਨਹੀਂ ਤੁਸੀਂ ਲੈਣਾ, ਕਿ ਉਹ ਮਤਲਬ ਉੱਥੇ ਅੰਦਰ ਆਪਣਾ ਨਾਲ ਰਹਿ ਸਕਦੇ ਨੇ, ਉਹਨਾਂ ਦੀ ਅਜ਼ਵਾਜੀ ਜ਼ਿੰਦਗੀ ਹੈ, ਉਹ ਸਾਰਾ ਕੁਝ ਕਰਾ ਸਕਦੇ ਨੇ। ਇਹ ਦਰਖਾਸਤ ਆਪੇ ਦਿੱਤੀ ਗਈ ਹੈ ਜਾਂ ਦਵਾਈ ਗਈ ਹੈ ਕਿਸੇ ਪਾਸਿਓਂ? ਸਰ ਜੀ ਦੇਖੋ, ਉਹ ਜਿਹੜੀ ਦਰਖਾਸਤ ਜਿਸ ਵਕੀਲ ਨੇ ਦਿੱਤੀ ਹੈ ਜੀ, ਔਰ ਉਸ ਤੋਂ ਬਾਅਦ ਉਹ ਉਸ ਦਰਖਾਸਤ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੌਣ ਕਰ ਰਿਹਾ? ਤਰੀਕ ਇਨਸਾਫ ਕਰ ਰਹੀ ਜੀ, ਬਿਲਕੁਲ ਕਰ ਰਹੇ ਕਿ ਇਹ ਦੋ ਕੈਦੀਆਂ ਦਾ ਹਕੂਕ ਹੈ, ਇਹ ਹਕੂਕ ਸਲਬ ਕੀਤਾ ਜਾ ਰਿਹਾ ਜੀ। ਇਸ ਹੱਦ ਤੱਕ ਉਹ ਗੱਲ ਕਰ ਰਹੇ ਨੇ। ਕਰ ਰਹੇ ਨੇ।
ਇਹ ਮੁਰਸ਼ਦ ਦੀ ਉਮਰ ਕਿੰਨੀ ਹੈ? 76 ਸਾਲ। 76 ਸਾਲ ਇਵੇਂ ਗੱਲ ਹੀ ਹੈ, ਇਸੇ 76 ਤੱਕ ਤੇ ਹੈ। 76 ਬਿਲਕੁਲ ਹੈ ਤੇ ਪੀਰਨੀ ਦੀ ਉਮਰ 66 67 ਤੱਕ ਜੀ ਚਲੀ ਗਈ ਹੈ। ਜੀ ਚਲੋ ਠੀਕ ਹੈ, ਕੋਈ ਉਹਦਾ ਸਬਬ ਠੀਕ ਹੈ, 66 67 ਚ ਵੀ ਚਲੋ ਬੰਦਾ ਬਾਂਟੇ ਛਾਂਟੇ ਖੇਡ ਲੈਂਦਾ। ਲੇਕਿਨ ਗੱਲ ਇਹ ਵੇ ਬਈ ਇਹ ਉੱਥੇ ਵਲੀਮੇ ਤੇ ਗਏ। ਜੇਲ੍ਹ ਦਾ ਜਿਹੜਾ ਮੈਨੂਅਲ ਹੈ, ਜੇਲ੍ਹ ਦਾ ਜਿਹੜਾ ਕਾਨੂੰਨ ਹੈ, ਉਹਦੇ ਵਿੱਚ ਅਗਰ ਦੋ ਮੀਆਂ ਬੀਵੀ ਇਕੱਠੇ ਕਿਸੇ ਜੁਰਮ ਦੇ ਵਿੱਚ ਜੇਲ੍ਹ ਵਿੱਚ ਨੇ, ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕਦੀ, ਉਹ ਸੁਹਾਗਰਾਤ ਨਹੀਂ ਮਨਾ ਸਕਦੇ, ਉਹ ਆਪਸ ਦੇ ਵਿੱਚ ਅਜ਼ਦਵਾਜੀ ਤਲਕਾਤ ਨਹੀਂ ਬਹਾਲ ਕਰ ਸਕਦੇ, ਉਹ ਇੱਕ ਦੂਸਰੇ ਦੇ ਨਾਲ ਆਪਣਾ ਇਹ ਆਈਸਕ੍ਰੀਮ ਨਹੀਂ ਖਾ ਸਕਦੇ, ਉਹ ਦੌਰੀ 'ਚ ਡੰਡਾ ਨਹੀਂ ਪਾ ਸਕਦੇ। ਉਹਦੀ ਵਜ੍ਹਾ ਹੈ ਕਿ ਕਾਨੂੰਨ ਕੋਈ ਨਹੀਂ। ਹਾਂ, ਅਗਰ ਇਹਨਾਂ 'ਚ ਇੱਕ ਬਾਹਰ ਹੋਏ, ਇੱਕ ਬਾਹਰ ਹੋਏ, ਇੱਕ ਅੰਦਰ ਹੋਏ, ਫਿਰ ਉਹ ਤੁਹਾਨੂੰ ਤਨਹਾਈ ਦੇ ਵਿੱਚ ਮੁਲਾਕਾਤ ਦਾ ਘੰਟਾ ਦੋ ਇੱਕ ਜਿਹੜਾ ਇੱਕ ਫਰੇਮਵਰਕ ਹੈ ਉਹਦੇ ਮੁਤਾਬਕ ਉਹ ਦੇ ਸਕਦੇ ਨੇ। ਜਦੋਂ ਦੋਵੇਂ ਹੀ ਅੰਦਰ ਨੇ ਤੇ ਦੋਨੋਂ ਜਿਹੜੇ ਨੇ ਉਹ ਆਪਣੀ ਅੱਗ ਠੰਡੀ ਨਹੀਂ ਇਸ ਤਰ੍ਹਾਂ ਕਰ ਸਕਦੇ। ਦੇਖੋ ਨਾ, ਇਹਦਾ ਮਤਲਬ ਇਹ ਹੀ ਹੈ ਨਾ ਵੀ ਉੱਥੇ ਜਿਹੜੀ ਬੈਰਕ ਹੈ ਉਹਨੂੰ ਸਜਾਇਆ ਜਾਏ, ਬੱਤੀਆਂ ਲਾਈਆਂ ਜਾਣ, ਫੁੱਲ ਬੂਟੇ ਲਾਏ ਜਾਣ, ਯੈਲੋ ਕਲਰ ਦੇ ਉੱਥੇ ਕੋਈ ਬਲਬ ਲਾਏ ਜਾਣ, ਔਰ ਆਪਣਾ ਉਹ ਅਨਾਰ ਸ਼ੁਰੂ ਮਾਹੀ ਆਵੇਗਾ ਤੇ ਫੁੱਲਾਂ ਨਾਲ ਧਰਤੀ ਉੱਤੇ ਲਿਖਿਆ ਜਾਏ ਖੁਸ਼ ਆਮਦੀਦ, ਤੇ ਚਾਂਜਰਾ ਵਾਲਾ ਉੱਥੇ ਸਿਹਰਾ ਜਿਹੜਾ ਖਾਨ ਸਾਹਿਬ ਵਾਸਤੇ ਜੇਲ੍ਹ 'ਚ ਘੱਲਿਆ ਜਾਏ ਟੋਪੀ ਵਾਲਾ, ਤੇ ਇਧਰੋਂ ਪੀਰਨੀ ਨੂੰ ਸਜਾ ਕੇ ਉਸ ਬੈਰਕ 'ਚੋਂ ਕੱਢ ਕੇ ਲਾਲ ਜੋੜਾ ਪਵਾ ਕੇ ਅੰਦਰ ਕੀਤਾ ਜਾਏ ਕਿ ਇਹ ਲਓ ਆਪਣਾ ਮੱਚ ਮਾਰ ਲਓ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਮੇਰੇ ਖਿਆਲ ਦੇ ਮੁਤਾਬਕ ਇਹਨਾਂ ਦੋਨਾਂ ਦੀ ਇਹ ਖਾਸ਼ ਹੁਣ ਪੂਰੀ ਕਿਤੇ ਕਦੀ ਵੀ ਨਹੀਂ ਹੋ ਸਕਦੀ, ਕਿਉਂਕਿ ਜਿੰਨਾ ਦੇਰ ਤੱਕ ਇਹਨਾਂ ਨੇ ਬਾਹਰ ਹੋਣਾ ਉਹਨਾਂ ਦੇਰ ਤੱਕ ਇਹਨਾਂ ਦੀਆਂ ਚੀਜ਼ਾਂ ਹੀ ਸੁੱਕ ਸੜ ਗਈਆਂ ਹੋਣੀਆਂ, ਤੇ ਇਹ ਕੰਮ ਨਹੀਂ ਹੋ ਸਕਦਾ ਭਈਆ, ਇਹ ਕੰਮ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ। ਔਰ ਖੁਦਾ ਨਾ ਕਰੇ ਅਗਰ ਕੋਈ ਵਾਧਾ ਘਾਟਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਮਹਿਮਾਨ ਹੈ ਉਹ ਕੈਦੀ ਤਸੱਵਰ ਕੀਤਾ ਜਾਏਗਾ ਜਾਂ? ਸਰ ਦੇਖੋ, ਗੱਲ ਸੁਣੋ ਤੁਸੀਂ, ਮੈਂ ਫਰਜ਼ ਕਰੋ ਅਸੀਂ ਇਹ ਦੁਲਹਨ ਸਜਾ ਕੇ ਉੱਥੇ ਲੈ ਜਾਂਦੇ ਬੁੱਢੇ ਕੋਲ ਜੀ, ਇਹ ਰਾਤ ਨੂੰ ਲੜ ਪੈਂਦੇ ਨੇ, ਠੀਕ ਹੈ, ਉਹ ਦੁਲਹਨ ਜਿਹੜੀ ਉਹਨੂੰ ਕੋਈ ਛੁਰੀ ਮਾਰ ਦਿੰਦੀ, ਤੇ ਉਹਦਾ ਮੁੱਦਾ ਕਿਸ ਦਾ ਪਿਆ? ਪੰਜਾਬ ਹਕੂਮਤ ਤੇ। ਪੰਜਾਬ ਹਕੂਮਤ ਹੈ ਕਿ ਤੁਸੀਂ ਇਜਾਜ਼ਤ ਕਿਉਂ ਦਿੱਤੀ ਸੀ? ਮਤਲਬ ਸੋਚਣ ਵਾਲੀ ਗੱਲ ਹੈ ਨਾ ਭਾਈਜਾਨ। ਉਹਨਾਂ ਦੀ ਤਾਂ ਖਰੇ ਇਹ ਖਿਆਲਾਤ ਹੋਏ ਉਹ ਆਏਗੀ ਤੇ ਇਹ ਆਪਸ ਵਿੱਚ ਲੜਨਗੇ ਤੇ ਇੱਕ ਵਿੱਚੋਂ ਗਿਆ ਤੇ ਪਰਚਾ ਤਾਂ ਸਾਡੇ ਤੇ ਹੋ ਗਿਆ। ਸਾਡੇ ਤੇ ਆਫ ਕੋਰਸ, ਫਿਰ ਅਸੀਂ ਮੁਜਰਮ। ਮਤਲਬ ਪਰਚਾ ਵੀ ਹੈ ਜੀ, ਸੁਹਾਗ ਰਾਤ ਕਰਵਾਈ ਇਹਨਾਂ ਤੋਂ। ਸਾਨੂੰ ਕੀ ਲੋੜ ਹੈ ਵੀ ਅਸੀਂ ਇਹ ਲੰਮੇ ਰਫੜੇ 'ਚ ਪਈਏ? ਬਿਲਕੁਲ ਠੀਕ। ਇਸ ਵਾਸਤੇ ਇਹ ਅਗਰ ਕਿਧਰੇ ਕੋਈ ਸ਼ੁਆਵਾਂ ਨਾਲ ਵੀ ਕੰਮ ਹੋ ਗਿਆ ਤੇ ਜ਼ਰੀ ਗੱਲ ਹੈ ਜਿਹੜਾ ਨਿਕਲਣਾ ਵਿੱਚੋਂ ਕੈਦੀ ਵਾਰਿਸ ਹੀ ਹੋਏਗਾ। ਅਲੀਮਾ ਖਾਨ ਦੇ ਖਾਬਾਂ ਤੇ ਫਿਰ ਅੱਗੋਂ ਛੁਰੀ ਚੱਲ ਜਾਣੀ ਹੈ। ਅੱਛਾ, ਇਹ ਦੱਸੋ ਕਿ ਅਲੀਮਾ ਖਾਨ ਅਗਰ ਇਹ ਵੇਖਿਆ ਜਾਵੇ ਤਾਂ ਇੱਕ ਲੜਾਈ ਤੇ ਹੈ, ਅਲੀਮਾ ਖਾਨ ਤੇ ਪੁਸ਼ਰਾ ਬੀਬੀ ਦੀ ਜਿਹੜੀ ਲੜਾਈ ਹੈ ਉਹ ਅੱਗੋਂ ਮਾਲੋ ਦੌਲਤ ਦੀ ਲੜਾਈ ਹੈ, ਇਕੱਠਾ ਕਰਨ ਦੀ, ਔਰ ਸਭ ਪਾਰਟੀ ਤੇ ਵੀ ਕਬਜ਼ਾ ਕਰਨ ਦੀ ਪਾਰਟੀ ਹੈ। ਤੁਸੀਂ ਕਿਧਰਾ ਪਲੜਾ ਭਾਰੀ ਵੇਖ ਰਹੇ ਹੋ ਹਲਕਾ ਜਾਗਰ? ਜੀ ਦੇਖੋ, ਪਲੜਾ ਜਿਹੜਾ ਹੈ ਉਹ ਪੀਰਨੀ ਦਾ ਹੀ ਭਾਰੀ ਹੈ। ਅੱਛਾ ਜੀ। ਔਰ ਜ਼ਰੀ ਗੱਲ ਹੈ, ਪੀਰਨੀ ਤੇ ਖਾਨ ਸਾਹਿਬ ਇੱਕ ਨੇ ਜੀ, ਪੀਰਨੀ ਖਾਨ ਸਾਹਿਬ ਦੀ ਮੁਰਸ਼ਦ ਹੈ ਨਾ ਜੀ, ਤੇ ਫਿਰ ਪਲੜਾ ਤੇ ਉਹਦਾ ਹੀ ਭਾਰੀ ਹੋਇਆ। ਤੁਹਾਡੇ ਸਾਹਮਣੇ ਗੰਡਾਪੁਰ ਵੀ ਉਸੇ ਪਾਰਟੀ ਦਾ, ਅਲੀਮਾ ਦਾ ਆਪਣਾ ਗਰੁੱਪ ਹੈ ਜੀ, ਉਹਦੇ ਨਾਲ ਬਾਹਰ ਵਾਲੇ ਯੂਟਿਊਬਰ ਔਰ ਬਾਹਰ ਵਾਲੇ ਜਿਹੜੇ ਉਹ ਵਹੂ ਕਰਨ ਵਾਲੇ ਨੇ ਉਹ ਸਾਰੇ ਉਹਦੇ ਨਾਲ ਨੇ, ਤੇ ਅੰਦਰ ਜੋ ਵੀ ਜਿਹੜੇ ਵੀ ਕੋਈ ਪਾਰਲੀਮੈਂਟੇਰੀਅਨ ਨੇ ਜਾਂ ਜਿਹੜੇ ਉੱਥੇ ਮੌਜੂਦ ਨੇ ਉਹ ਸਾਰਾ ਪੀਰਨੀ ਗਰੁੱਪ ਹੈ। ਇਹ ਵੀ ਤੁਸੀਂ ਮਹਿਸੂਸ ਤਾਂ ਕਰਦੇ ਹੋ ਜੀ 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 ਜੀ। ਤੇ ਇਸ ਵਾਸਤੇ ਅਲੀਮਾ ਇਸ ਉਮਰ ਦੇ ਵਿੱਚ ਜਿਹੜਾ ਖਾਬ ਲੈ ਕੇ ਬੈਠੀ ਹੈ ਕਿ ਉਹ ਅਗਰ ਕੋਈ ਜੁਗਾੜ ਲੱਗਦਾ, ਇਹ ਹੁਣ ਇੱਥੇ ਤਵੱਜੋ ਦੇਣੀ ਜੀ, ਅਗਰ ਕੋਈ ਜੁਗਾੜ ਲੱਗਦਾ ਕਿ ਨਿਆਜ਼ੀ ਨੂੰ ਫਾਹ ਲੱਗ ਜਾਂਦਾ, ਠੀਕ ਹੈ, ਔਰ ਉਸ ਜੁਗਾੜ ਤੋਂ ਬਾਅਦ ਇਹ ਟਰੱਕ ਤੇ ਪਵੇਗੀ। ਅੱਛਾ ਜੀ। ਕਿ ਮੈਂ ਵੇਖੋ ਪਿਛਲੇ 8 ਸਾਲ ਤੋਂ 10 ਸਾਲ ਤੋਂ ਇਹਦੀ ਰਿਹਾਈ ਵਾਸਤੇ ਕੰਮ ਕਰ ਰਹੀ, ਅਸਲ ਲੱਗਦਾ ਮੈਂ ਆ ਤੁਹਾਡੀ ਲੀਡਰ ਵਾਰਸ, ਠੀਕ ਹੈ ਨਾ ਜੀ। ਇਸ ਜੁਗਾੜ ਦੇ ਚੱਕਰ ਵਿੱਚ ਇਹ ਜੁਗਾੜ ਨਾ ਲੱਗਣਾ, ਜਦੋਂ ਖਾਨ ਸਾਹਿਬ ਨੂੰ ਫਾਇਲ ਲਾਇਆ ਜਾਣਾ ਉਸ ਤੋਂ ਮਹੀਨਾ ਪਹਿਲਾਂ ਪੀਰਨੀ ਨੂੰ ਛੱਡ ਦਿੱਤਾ ਜਾਣਾ ਕਿ ਚੱਲ ਤੂੰ ਜਾ ਕੇ ਤਿਆਰੀ ਫੜ ਟਰੱਕ ਰਾਮ ਕਰ। ਗੱਲ ਸਮਝੋ ਕਿ ਨਹੀਂ? ਬਿਲਕੁਲ ਠੀਕ, ਟੈਕਨੀਕਲੀ ਤੌਰ ਤੇ ਅਲੀਮਾ ਦੇ ਇੱਥੇ ਕੋਈ ਸ਼ੈ ਨਹੀਂ ਆਣੀ, ਜੋ ਮਰਜ਼ੀ ਹੋ ਜਾ। ਮੈਂ ਤੇ ਸਮਝਣਾ ਅਲੀਮਾ ਨੇ ਤੇ ਇਹਦੇ ਚ ਠੁੱਕ ਜਾਣਾ ਹੈ 9 ਮਈ ਚ, ਉਹ ਜ਼ਮਾਨਤ ਤੇ ਹੈ 26 ਨਵੰਬਰ ਵਾਲੀ ਉਹ ਕੇਸ ਸਾਰੀਆਂ ਇਹ ਠੁੱਕ ਜਾਣਾ ਇਸ ਤੇ ਆ ਸਾਫੀ ਵਾਲੇ ਕੇਸ ਚ ਠੁੱਕ ਜਾਣਾ। ਹਾਂਜੀ, ਜਿਹਨੂੰ ਉਹ ਤੈਯਬ ਬਲੋਚ, ਹਾਂ ਉਹਦੇ ਚ ਹੀ ਠੁੱਕ ਜਾਣਾ। ਬਲਕਿ ਅਸੀਂ ਮਜ਼ਮਤ ਕਰਨੇ ਆ ਜਿਹੜਾ ਤੈਯਬ ਬਲੋਚ ਦੇ ਨਾਲ ਇਹਨਾਂ ਨੇ ਜ਼ਿਆਦਤੀ, ਬਿਲਕੁਲ ਜ਼ਿਆਦਤੀ, ਇਹਨੇ ਉਹਦੇ ਚ ਠੁੱਕ ਜਾਣਾ। 9 ਮਈ ਚ ਇਹਨੂੰ ਜ਼ਮਾਨਤ ਕਿਹੜੀ ਗੱਲ ਦੀ ਦਿੱਤੀ ਹੈ? ਅਲੀਮਾ ਖਾਨ। ਆਹੋ, ਮਤਲਬ ਇਹ ਮੁਲਵਸ ਹੈ ਨਾ। ਅਗਰ ਖਤੀਜਾ ਸ਼ਾਹ ਨੂੰ ਹੋ ਗਈ ਹੈ ਸਜ਼ਾ ਹੋ ਗਈ ਤੇ ਤੁਸੀਂ ਕੀ ਸਮਝਦੇ ਹੋ ਇਹਨੂੰ ਨਹੀਂ ਹੋਣੀ? ਸਾਈਆਂ ਨੇ ਵੀ ਇੱਕ ਤਰਤੀਬ ਬਣਾਈ ਹੈ, ਇੱਕ ਅਸੀਂ ਕਹਿੰਦੇ ਸਾਂ ਯਾਰ ਵੇਖੋ ਨਾ ਖਤੀਜਾ ਸ਼ਾਹ ਕੋਲ ਅਮਰੀਕਾ ਦਾ ਪਾਸਪੋਰਟ ਹੈ,
ਵੱਡੇ ਘਰ ਦੀ ਹੈ, ਫਲਾਣਾ ਫਲਾਣਾ। ਵੇਖੋ ਕਿਸ ਤਰ੍ਹਾਂ ਆਜ਼ਾਦ ਫਿਰਦੀ 5 ਸਾਲ ਵਾਸਤੇ। ਕਿਸੇ ਦੇ ਵਹਿਮੋ ਗੁਮਾਨ 'ਚ ਵੀ ਸੀ ਕਿ ਕੇਸ ਚੱਲਦਾ ਪਿਆ ਨੇ ਠੁਕਣਾ। ਜਦੋਂ ਫੈਸਲਾ ਹੋ ਗਿਆ ਕਿ ਜਿਹੜਾ ਮੁਲਵਸ ਹੈ, ਜਿਹੜੀ ਮੁਲਵਸ ਹੈ, ਉਹਨੂੰ ਉਹਦੇ ਜਿੰਨਾ ਕੁ ਉਹਨੇ ਕੀਤਾ ਉਹਨੂੰ ਸਜ਼ਾ ਮਿਲਣੀ ਹੈ। ਤੇ ਅਲੀਮਾ ਨੂੰ ਮਿਲਣੀ ਹੈ ਸਜ਼ਾ। ਅਲੀਮਾ ਅੰਦਰ ਤੇ ਪੀਰਨੀ ਬਾਹਰ। ਅਲੀਮਾ ਅੰਦਰ ਤੇ ਪੀਰਨੀ ਬਾਹਰ। 2 ਸਵਾਲ। ਜੀ। ਸ਼ਹਬਾਜ਼ ਗਿੱਲ ਜਿਹੜਾ ਹੈ ਉਹ ਮਤਲਬ ਕਿ ਐਸੀਆਂ ਹਰਕਤਾਂ ਕਿਉਂ ਕਰਦਾ ਹੈਗਾ? ਤੇ ਉਹ ਇਮਰਾਨ ਖਾਨ ਦਾ ਬੰਦਾ ਹੈ ਔਰ ਉਹ ਸਾਬਤ ਵੀ ਇਹੀ ਕਰਦਾ ਕਿ ਇਮਰਾਨ ਖਾਨ ਦੀ ਜੰਗ ਲੜ ਰਿਹਾ ਹੈ, ਲੇਕਿਨ ਇਹੋ ਜਿਹੀਆਂ ਗੱਲਾਂ ਜਿਹਦੇ ਚ ਕਰਕੇ ਤੇ ਇਮਰਾਨ ਖਾਨ ਨੂੰ ਜ਼ਲੀਲ ਕਰਾਉਂਦਾ। ਪਿਛਾਂ ਜੋ ਉਹਨੇ ਤਸਵੀਰ ਇੱਕ ਸ਼ੇਅਰ ਕਰਤੀ ਕਿ ਟਾਇਲਟ ਤੇ ਲੱਗੀ ਫੋਟੋ, ਤੇ ਉਸ ਤੋਂ ਬਾਅਦ ਪੂਰਾ ਸੋਸ਼ਲ ਮੀਡੀਆ ਭਰਿਆ ਗਿਆ। ਇਹ ਕੀ ਚੱਕਰ ਹੈ? ਸਰ ਦੇਖੋ, ਸ਼ਹਬਾਜ਼ ਗਿੱਲ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਇੱਕ ਤੇ ਉਹ ਭਗੌੜਾ ਹੈ, ਦੂਸਰਾ ਉਹ ਮੁਲਕ ਦੁਸ਼ਮਣ ਹੈ, ਤੀਸਰਾ ਉਹ ਬਹੁਤ ਵੱਡੀ ਫਿਲਮ ਹੈ, ਠੀਕ ਹੈ, ਡਾਲਰ ਦਾ ਚਸਕਾ, ਠੀਕ ਹੈ, ਔਰ ਉਹ ਵੀ ਅਮਰੀਕਾ 'ਚ ਬਹਿ ਕੇ ਉਹਦੀ ਨਾ ਕੋਈ ਪਾਰਟੀ ਹੈ, ਪਾਰਟੀ ਨੇ ਉਹਨੂੰ ਕੱਢ ਦਿੱਤਾ ਹੈ, ਇਸ ਗੱਲ ਦਾ ਵੀ ਤੁਹਾਨੂੰ ਪਤਾ ਹੈ ਜੀ। ਉਹਦੀ ਇੱਕ ਆਪਣੀ ਹੀ ਦੁਨੀਆ ਹੈ, ਉਹਦੀ ਆਪਣੀ ਹੀ ਦੁਨੀਆ, ਉਸ ਦੁਨੀਆ ਦੇ ਵਿੱਚ ਉਹ ਰਹਿ ਰਿਹਾ। ਉਹਦੀ ਇੱਕ ਟਕੇ ਦੀ ਵੈਲਿਊ ਨਹੀਂ ਕਿਸੇ ਪਾਸੇ ਵੀ। ਬੀਬੀ ਉਹਦੀ ਆਪਣੀ ਜਿਹੜੀ ਆ ਉਹ ਨੱਸ ਗਈ, ਮਾਮਲਾਤ ਜਿਹੜੇ ਨੇ ਉਹ ਵਿਗੜ ਗਿਆ। ਇਹ ਇਸਲਾਮੀਆ ਯੂਨੀਵਰਸਿਟੀ ਜਿਹੜੀ ਇਸਲਾਮਾਬਾਦ ਦੇ ਵਿੱਚ, ਉੱਥੋਂ ਵਾਲਾ ਉਹ ਜਿਹੜਾ ਕੁੜੀ ਨੂੰ ਕੀਤਾ ਔਰ ਉਹ ਨੱਸ ਗਿਆ ਪੂਰਾ ਵਿਆਹ ਕਰਨ ਤੋਂ ਬਗੈਰ। ਮਲੇਸ਼ੀਆ ਤੇ ਮਲੇਸ਼ੀਆ ਤੋਂ ਬ੍ਰਾਜ਼ੀਲ, ਤੇ ਬ੍ਰਾਜ਼ੀਲ ਤੋਂ ਅਰਜਨਟੀਨਾ, ਤੇ ਅਰਜਨਟੀਨਾ ਤੋਂ ਅਮਰੀਕਾ। ਇਹ ਬੜੇ ਉਹਦੇ ਲੰਮੇ ਰੱਫੜ ਨੇ। ਇੱਕ ਬੜੀ ਹੀ ਉਹਦੀ ਤੁਸੀਂ ਕਹਿ ਲਓ ਕਿ ਉਹਦਾ ਮਾਜ਼ੀ ਤੇ ਅੱਜ ਵੀ ਬੜਾ ਹੀ ਦਾਗਦਾਰ ਵੀ ਹੈ ਔਰ ਬੜਾ ਗੰਦਾ ਉਹਦਾ ਹਿਸਾਬ ਕਿਤਾਬ ਹੈ। ਔਰ ਦੂਸਰਾ, ਜਿਸ ਤਰੀਕੇ ਦੇ ਨਾਲ ਉਹ ਆਪਣੇ ਤੌਰ ਤੇ ਪਾਕਿਸਤਾਨ ਦੇ ਖਿਲਾਫ ਕੰਮ ਕਰ ਰਿਹਾ, ਪਾਕਿਸਤਾਨ ਦੀ ਫੌਜ ਦੇ ਖਿਲਾਫ, ਪਾਕਿਸਤਾਨ ਦੀ ਸਲਾਮਤੀ ਦੇ ਖਿਲਾਫ, ਇਸ ਗੱਲ ਦਾ ਉਹਨੂੰ ਵੀ ਪਤਾ ਕਿ ਉਹਨੇ ਵੀ ਫੜੇ ਜਾਣਾ, ਉਹਨੂੰ ਵੀ ਸਜ਼ਾ ਮਿਲਣੀ ਹੈ। ਇਹ ਹੁਣ ਜਿਵੇਂ ਸਾਡੇ ਆ ਮੁਆਹਦੇ ਹੋ ਰਹੇ ਨੇ, ਹੋ ਸਕਦਾ ਅਮਰੀਕਾ ਨਾਲ ਵੀ ਕੋਈ ਮੁਆਹਦਾ ਹੋ ਜਾਏ ਵੀ ਸਾਡੇ ਬੰਦੇ ਤੇ ਮਤਲਬ ਕਿ ਸਾਡੇ ਆ ਜਿਹੜੇ ਉੱਥੇ ਬਹਿ ਕੇ ਲੱਗੇ ਨੇ ਸੰਨ ਦੇ ਦਿਓ ਨਾ, ਤੇ ਇੱਥੋਂ ਜੋ ਕੋਈ ਹੈ ਤੁਸੀਂ ਲੈ ਜਾਓ। ਤੇ ਇਸ ਤਰ੍ਹਾਂ ਕਰਕੇ ਇਹ ਸ਼ਹਬਾਜ਼ ਗਿੱਲ ਵਰਗੇ ਬੰਦੇ ਦੀ ਗੱਲ ਤੇ ਗੌਰ ਹੀ ਨਹੀਂ ਕਰਨਾ। ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਕਿਧਰੇ ਕਿਧਰੇ ਉਹ ਬਦਲੇ ਲੈਂਦਾ? ਇਮਰਾਨ ਖਾਨ ਸਾਹਿਬ ਵੀ ਤੁਹਾਨੂੰ ਮਿਰਚਾਂ ਲਈ ਡਾਂਗ ਦਿੱਤੀ ਸੀ, ਯਾਦ ਹੈ ਨਾ? ਤੁਹਾਨੂੰ ਆਖਿਆ ਸੀ ਕਿ ਇਹਦੇ ਤੇ ਖਾਨ ਸਾਹਿਬ ਨੇ ਕਿਹਾ ਸੀ ਨਾ ਵੀ ਇਹਨੂੰ ਇਹਦੇ ਨਾਲ ਸ਼ਰਕ ਹੋਇਆ। ਜੀ 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 ਹੋਇਆ ਨਾ? ਜੀ ਬਿਲਕੁਲ। ਇਮਰਾਨ ਖਾਨ ਸਾਹਿਬ ਕਹਿੰਦਾ ਰਿਹਾ ਨਹੀਂ ਮੇਰੇ ਨਾਲ ਨਹੀਂ ਹੋਇਆ, ਲੇਕਿਨ ਹੁਣ ਖਾਨ ਸਾਹਿਬ ਕਹਿੰਦੇ ਰਹਿਣ ਨਹੀਂ ਵੱਜੀ ਹੈ, ਵੱਜੀ ਹੈ, ਵੱਜੀ ਹੈ। ਉਹ ਕਹਿੰਦਾ ਰਿਹਾ ਵੀ ਮੇਰੀ ਗੱਡੀ ਨਹੀਂ ਵੱਜੀ, ਲੇਕਿਨ ਇਮਰਾਨ ਖਾਨ ਜਾਂਦੇ ਰਹੇ। ਲੇਕਿਨ ਉਹ ਵੀ ਹੁਣ ਬਦਲੇ ਲੈਂਦਾ। ਅੱਛਾ ਅੱਛਾ ਅੱਛਾ। ਬਦਲੇ ਕਿਉਂ ਲੈਂਦਾ? ਜ਼ਹਿਰੀ ਗੱਲ ਹੈ, ਉਹਦੇ ਜ਼ਿਹਨ ਦੇ ਵਿੱਚ ਵੀ ਤੇ ਇਹ ਸਾਰੀਆਂ ਚੀਜ਼ਾਂ ਹਨ ਨਾ, ਕਿ ਮੈਂ ਕਿਉਂ ਸਾਂ ਉਸ ਗਰੁੱਪ ਵਿੱਚ, ਕਿਉਂ ਮੈਂ ਫਸਿਆ, ਕਿੰਨੇ ਮੈਨੂੰ ਫਸਾਇਆ, ਅੱਗੋਂ ਕੀ ਡਰ ਕੇ ਹਰ ਪਾਸੇ ਹਨੇਰਾ, ਕਿਧਰੇ ਨਿਕਲਣ ਦੀ ਕੋਸ਼ਿਸ਼ ਕਰਨੀ, ਕਿਧਰੇ ਵਾਪਸ ਇੰਝ ਹੀ ਹੈ ਜਿਵੇਂ ਚੂਹਾ ਬਾਹਰ ਨਿਕਲਦਾ ਫਿਰ ਵਾਪਸ, ਬਾਹਰ ਨਿਕਲਦਾ ਫਿਰ ਵਾਪਸ। ਇਹੀ ਸ਼ਹਬਾਜ਼ ਗਿੱਲ ਦਾ ਸਾਲ ਹੈ। ਇਹੀ ਸ਼ਹਬਾਜ਼ ਗਿੱਲ ਦਾ। ਕੋਈ ਇਹਦਾ ਦਾ ਕੀ ਕੁਝ ਵੀ ਨਹੀਂ ਹੈ। ਆਖਰੀ ਸਵਾਲ, ਸ਼ਹਜ਼ਾਦ ਅਕਬਰ ਨਾਲ ਕੋਈ ਖਾਸ ਮੁਹੱਬਤ ਤੁਹਾਡੀ? ਸ਼ਹਜ਼ਾਦ ਅਕਬਰ ਸਾਹਿਬ ਨਾਲ ਸਾਡੀ ਕਾਹਦੀ ਮੁਹੱਬਤ ਹੋ ਸਕਦੀ ਹੈ? ਸ਼ਹਜ਼ਾਦ ਅਕਬਰ ਸਾਹਿਬ ਨਸੇ ਨੇ। ਅੱਛਾ ਜੀ। ਪਾਕਿਸਤਾਨ ਤੋਂ ਤੁਹਾਨੂੰ ਪਤਾ ਹੀ ਹੈ। ਜੀ 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 ਜੀ। ਔਰ ਇਹ ਸਾਰੀ ਡੀਲ ਜਿਹੜੀ ਹੈ 190 ਮਿਲੀਅਨ ਪਾਉਂਡ ਵਾਲੀ, ਜੀ ਜੀ, ਉਹਦੇ ਵਿੱਚ ਕੋਈ ਮਰਕਜ਼ੀ ਚੰਗੇ ਭਲੀ ਦਿਹਾੜੀ ਲਾਈ ਹੈ ਨਾ, ਮਰਕਜ਼ੀ ਕਿਰਦਾਰ ਜੀ। ਇੱਥੇ ਉਹ ਵੀਡੀਓ ਸੀ ਮਲਕ ਰਿਆਜ਼ ਦਾ ਬੈਗ ਲੈਂਦੇ ਆ, ਚੰਗੀ ਭਲੀ ਦਿਹਾੜੀ ਲਾਈ ਹੈ ਨਾ। ਜੀ ਜੀ ਜੀ। ਔਰ ਉੱਥੇ ਕਿੰਨੇ ਮੁਕੱਦਮਾਤ ਦੇ ਵਿੱਚ ਮਤਲੂਬ ਹੈ, ਦਰਜਨਾਂ ਦੇ ਹਿਸਾਬ ਤੇ ਮਤਲੂਬ ਹੈ ਨਾ। ਤੇ ਇੱਥੇ ਆ ਕੇ ਇਹ ਯੂਥੀਆਂ ਦਾ ਇਮਾਮ ਮਸਜਿਦ ਬਣੇ ਆ। ਮਤਲਬ ਇਹ ਉਸ ਆਖਿਆ ਨਾ ਅੱਗਾ ਨਾ ਪਿੱਛਾ, ਨਾ ਘਰ ਨਾ ਬੂਹਾ। ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਮੁਲਕ ਦੇ ਖਿਲਾਫ ਗੱਲ ਕਰਕੇ 4 ਵਿਊਜ਼ ਜਿਹੜੇ ਨੇ ਉਹ ਮਿਲਦੇ ਨੇ। ਔਰ ਮੈਂ ਸਮਝਣਾ ਕਿ ਜਿਹੜੀ ਉਸ ਗੱਲ ਕੀਤੀ ਸੀ ਨਾ ਜੀ, ਜਿਹੜਾ ਉਹ MPAC ਯਾਦ ਕਰੋ ਜਿਹਦੇ ਨਾਲ ਇਹਦਾ ਫੱਡਾ ਪਿਆ ਸੀ, ਹਾਂਜੀ ਹਾਂਜੀ, ਉਹ ਦੂਜੇ ਜੀ 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 ਦੂਜੇ ਮਾਮਲੇ ਦੇ ਵਿੱਚ ਜੀ 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 ਜੀ, ਉਹ ਅੱਜ ਸਾਨੂੰ ਯਾਦ ਆਉਂਦੀ ਹੈ। ਉਹ ਠੀਕ ਸੀ ਉਦੋਂ ਉਹ ਬੰਦਾ ਜਿਹੜਾ ਸੀ ਨਾ ਚੌਹਾਨ ਜੀ, ਉਹ 100% ਠੀਕ ਸੀ। ਔਰ ਅੱਜ ਇਹਦੀਆਂ ਹਰਕਤਾਂ ਦੀ ਵਜ੍ਹਾ ਤੋਂ ਉਹਦੇ ਉੱਤੇ ਤਸਦੀਕ ਜਿਹੜੀ ਉਹਦੀ ਮੋਹਰ ਲੱਗ ਚੁੱਕੀ ਹੈ। ਔਰ ਇਹ ਜਿਹੜੇ ਲੋਕ ਨੇ ਇਹਨਾਂ ਦੇ ਦਿਲਾਂ ਦੇ ਉੱਤੇ ਵੀ ਅੱਲਾਹ ਪਾਕ ਨੇ ਮੋਹਰ ਲਾ ਦਿੱਤੀ ਹੈ। ਇਹ ਉਹ ਲੋਕ ਨੇ ਜਿਨ੍ਹਾਂ ਦਾ ਨਾ ਕੋਈ ਸਾਡੇ ਮਜ਼ਹਬ ਨਾਲ ਤਲਕ ਹੈ, ਨਾ ਸਾਡੀ ਧਰਤੀ ਨਾਲ ਤਲਕ ਹੈ, ਨਾ ਸਾਡੇ ਮੁਲਕ ਨਾਲ ਤਲਕ ਹੈ, ਨਾ ਇਸ ਮੁਲਕ ਦੇ ਸਮਾਜ ਨਾਲ ਤਲਕ ਹੈ, ਨਾ ਮੁਆਸ਼ਰੇ ਦੇ ਨਾਲ ਤਲਕ ਹੈ। ਇਹ ਮੁਆਸ਼ਰੇ ਦੇ ਰੱਦ ਕੀਤੇ ਹੋਏ ਕਿਰਦਾਰ ਨੇ। ਇਹਨਾਂ ਨੂੰ ਦੁਨੀਆ ਦੇ ਕਿਸੇ ਮੁਆਸ਼ਰੇ ਦੇ ਵਿੱਚ ਵੀ ਇਹ ਲੋਕ ਰਹਿਣਗੇ। ਸ਼ਹਜ਼ਾਦ ਅਕਬਰ ਹੋ ਗਿਆ, ਆਦਲ ਰਾਜਾ ਹੋ ਗਿਆ, ਸ਼ਹਬਾਜ਼ ਗਿੱਲ ਹੋ ਗਿਆ, ਇਮਰਾਨ ਰਿਆਜ਼ ਹੋ ਗਿਆ, ਸਾਬਰਾ ਸ਼ਾਕਰਾ ਹੋ ਗਿਆ, ਮੋਹਿਤ ਪੀਰਜ਼ਾਦਾ ਹੋ ਗਿਆ,
ਇਹ ਕਿਸੇ ਵੀ ਮੁਆਸ਼ਰੇ ਦੇ ਵਿੱਚ ਰਹਿਣਗੇ ਔਰ ਇਹ ਰੱਦ ਕੀਤੇ ਹੋਏ ਲੋਕ ਨੇ। ਇਹ ਕਿਸੇ ਵੀ ਮੁਆਸ਼ਰੇ ਦੇ ਵਿੱਚ ਫਿੱਟ ਨਹੀਂ ਹੋ ਸਕਦੇ, ਕਿਉਂਕਿ ਇਹ ਫਿਤਨਾ ਨੇ ਜਿਹੜਾ ਆਪਣੇ ਮੁਲਕ ਦਾ, ਆਪਣੀ ਧਰਤੀ ਮਾਂ ਦਾ ਨਹੀਂ ਹੋ ਸਕਦਾ। ਉਹ ਕਿਸੇ ਦਾ ਕੀ ਹੋ ਸਕਦਾ ਮੇਰੀ ਜਾਨ ਦੇ ਤੁਹਾਡੇ। ਬਹੁਤ ਵੱਡਾ ਸਵਾਲ ਤੁਹਾਡੀ ਗੱਲ ਇਹਦੇ ਚ। ਤੁਸੀਂ ਹੁਣ ਇੱਕ ਨਾਂ ਲੈ ਦਿੱਤਾ ਤੇ ਮੇਰਾ ਸਵਾਲ ਤੇ ਮੁੱਕ ਗਿਆ ਸੀ, ਲੇਕਿਨ ਕਿਉਂਕਿ ਤੁਸੀਂ ਨਾਂ ਲਿਆ ਔਰ ਮੇਰੇ ਵੀ ਦਿਮਾਗ ਵਿੱਚ ਆ ਗਿਆ। ਡਾਇਰੈਕਟਰ ਸਾਹਿਬ ਨਜ਼ਦੀਕ ਆ ਜਾਓ। ਹਾਂਜੀ, ਸ਼ਹਿਜ਼ਾਦ ਅਕਬਰ ਦੇ ਬਾਰੇ ਗੱਲ ਹੋ ਗਈ। ਇਮਰਾਨ ਰਿਆਜ਼ ਤੇ ਸਾਬਰ ਸ਼ਾਕਰ ਯੂਕੇ ਦੇ ਵਿੱਚ ਦਿਹਾੜੀਆਂ ਲਾ ਰਹੇ ਨੇ, ਚੰਦਾ ਇਕੱਠਾ ਕਰ ਰਹੇ ਨੇ, ਲੇਕਿਨ ਸੁਣਿਆ ਕਿ ਪਾਕਿਸਤਾਨ ਤਹਿਰੀਕ ਇਨਸਾਫ ਉਹਨਾਂ ਨਾਲ ਔਨ ਬੋਰਡ ਨਹੀਂ ਹੈਗੀ ਔਰ ਉਹਨਾਂ ਦੇ ਕਿਸੇ ਤਕਰੀਬੇ ਨਹੀਂ ਜਾਂਦੀ ਹੈਗੀ ਕਿ ਉਹਨਾਂ ਨੂੰ ਯਕੀਨ ਹੈ ਕਿ ਇਹ ਫਰਾਡੀਏ ਨੇ, ਪੈਸੇ ਇਕੱਠੇ ਕਰਦੇ ਪਏ ਨੇ। ਸਰ ਦੇਖੋ, ਉਹਨਾਂ ਨੇ ਸਲਾਬ ਜ਼ਦਗਾਨ ਦੇ ਚੱਕਰ ਦੇ ਵਿੱਚ ਜੀ ਇੱਥੇ 1-2 ਇਵੈਂਟ ਕੀਤੇ ਆ। ਲੰਡਨ ਦੇ ਵਿੱਚ ਉਹਨਾਂ ਨੇ ਇੱਕ ਇਵੈਂਟ ਕੀਤਾ ਜਿੱਥੇ 10 ਲੋਕ ਆਏ। ਠੀਕ ਹੈ। ਔਰ ਤੁਸੀਂ ਜ਼ਰਾ ਅੰਦਾਜ਼ਾ ਲਾ ਲਓ ਕਿ 20 ਪਾਉਂਡ ਸਿਰਫ ਇਕੱਠੇ ਹੋਏ। ਹਾਂਜੀ, ਸਿਰਫ 20 ਪਾਉਂਡ, ਮਤਲਬ ਕਿ ਡੱਬੀ ਸਿਗਰਟਾਂ ਦੀ ਆਂਦੀ ਆ 20 ਪਾਉਂਡ। ਬਿਲਕੁਲ ਆਂਦੀ ਇਸ ਤਰ੍ਹਾਂ ਹੀ। ਔਰ ਇਹ ਲੋਕ ਚਿੱਟੇ ਦਿਨੇ, ਇਹ ਜਿਹੜਾ ਤਬਕਾ ਹੈ ਯੂਥੀਆ ਤਬਕਾ ਜਾਂ ਮੁਲਕ ਦੁਸ਼ਮਣ ਤਬਕਾ ਜਾਂ ਉਹ ਲੋਕ ਜਿਹੜੇ ਸਾਡੀ ਧਰਤੀ ਦੇ ਖਿਲਾਫ ਨੇ, ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਕੋਲ ਪੈਸਾ ਇਕੱਠਾ ਕਰਨਾ ਚਾਹੁੰਦੇ ਸੀ। ਮੈਨਚੈਸਟਰ ਦੇ ਵਿੱਚ ਉਹਨਾਂ ਨੇ ਕੁਛ ਹੱਦ ਤੱਕ ਦਿਹਾੜੀ ਲਾਈ ਹੈ, 5-7 ਹਜ਼ਾਰ ਪਾਉਂਡ ਲੈ ਗਏ ਨੇ ਔਰ ਉਹ ਵੀ ਉਹਨਾਂ ਲੋਕਾਂ ਦਿੱਤਾ ਜਿਹਦੇ ਚ 70% ਭਾਰਤੀ ਸੀ। 70% ਭਾਰਤੀ ਔਰ ਅਫਗਾਨੀ। ਜਿਹੜੇ ਉਹ 5-6 ਹਜ਼ਾਰ ਪਾਉਂਡ ਇਕੱਠਾ ਮੈਨਚੈਸਟਰ ਵਿੱਚ ਹੋਇਆ ਨਾ, ਉਹਦੇ ਵਿੱਚ ਵੀ ਇਹੀ ਹਿਸਾਬ ਸੀ। ਔਰ ਜਿਹੜੇ ਤੁਸੀਂ ਵਿੱਚ ਲੋਕ ਸੀ ਪਾਕਿਸਤਾਨੀ, ਉਹਦੇ ਵਿੱਚ ਜ਼ਿਆਦਾਤਰ ਲੋਕ ਆਜ਼ਾਦ ਕਸ਼ਮੀਰ ਦੇ ਸੀ। ਪੰਜਾਬ ਦਾ ਕੋਈ ਬੰਦਾ ਨਹੀਂ ਸੀ। ਠੀਕ ਹੈ। ਸਿੰਧ ਦਾ ਕੋਈ ਬੰਦਾ ਨਹੀਂ ਸੀ, ਬਲੋਚਿਸਤਾਨ ਦਾ ਕੋਈ ਬੰਦਾ ਨਹੀਂ ਸੀ, ਪਖਤੂਨਖਵਾ ਦਾ ਕੋਈ 1-2 ਲੋਕ ਹੋਣ ਜਾਂ ਹੋਣ, ਜ਼ਿਆਦਾਤਰ ਲੋਕ ਉੱਥੋਂ 10-20 ਜ਼ਿਆਦਾ ਜਿਹੜੇ ਲੋਕ ਸੀ ਉਹ ਆਜ਼ਾਦ ਕਸ਼ਮੀਰ ਦੇ ਸੀ, ਭਾਰਤੀ ਸੀ। ਔਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਜਿਹੜਾ ਉਹ ਕੱਚਾ ਰੂਟ ਚੱਲੇ ਆਜ਼ਾਦ ਕਸ਼ਮੀਰ ਦੇ ਵਿੱਚ ਉੱਪਰੋਂ ਜਿਹੜਾ ਉਹ ਨੈਟਵਰਕ ਰਾਹ ਦਾ ਉਧਰੋਂ ਜਿਹੜਾ ਨਾ, ਤੇ ਇਹ ਉਸ ਤੋਂ ਬਾਅਦ ਲੰਡਨ ਦੇ ਵਿੱਚ ਇਹਨਾਂ ਨੂੰ ਸੁਬਕੀ ਹੋਈ ਜੀ ਵੀ ਤੁਹਾਡਾ ਕੀ ਤਲਕ ਇਸਲਾਮ ਨਾਲ, ਤੁਹਾਡਾ ਤੁਸੀਂ ਮਤਲਬ ਪੈਸੇ ਇੱਥੇ ਇਕੱਠੇ ਕਰਕੇ ਉੱਥੇ ਸਲਾਬ ਵਾਲਿਆਂ ਨੂੰ ਤੁਸੀਂ ਕਿੱਥੇ ਦੇਣੇ ਨੇ, ਤੁਹਾਡਾ ਤਲਕ ਕੀ ਹੈ ਪਾਕਿਸਤਾਨ ਨਾਲ। ਤੁਸੀਂ ਤਾਂ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕਰਦੇ, ਤੁਸੀਂ ਤਾਂ ਪਾਕਿਸਤਾਨ ਨੂੰ ਮੰਨਦੇ ਹੀ ਨਹੀਂ, ਤੁਸੀਂ ਤਾਂ ਕਹਿੰਦੇ ਹੋ ਕਿ ਸਾਡਾ ਮੁਲਕ ਹੀ ਨਹੀਂ ਹੈ। ਠੀਕ ਹੈ ਨਾ, ਤੇ ਸਲਾਬ ਦਾ ਤੁਹਾਡੇ ਨਾਲ ਕੀ ਤਲਕ ਹੈ। ਤੁਸੀਂ ਮਤਲਬ ਇਹਨਾਂ ਨੇ ਦਿਹਾੜੀ ਲਾਈ ਔਰ ਅੱਗੋਂ ਵੀ ਇਹਨਾਂ ਲਾੜੀਆਂ। ਔਰ ਮੇਰੇ ਖਿਆਲ ਦੇ ਮੁਤਾਬਕ ਜੋ ਅਸੀਂ ਇਹਨਾਂ ਦੀ ਹਾਲਤ ਵੇਖੀਏ, ਦੀ ਐਂਡ ਇਹਨਾਂ ਦਾ ਵੀ ਮਤਲਬ ਕਿ ਅਵਾਮੀ ਸਤ੍ਹਾ ਤੇ ਵੀ ਲੋਕ ਇਹਨਾਂ ਨੂੰ ਝੂਠੇ, ਫਰਾਡੀਏ, ਨੁਸਰਬਾਜ਼ ਔਰ ਮੁਲਕ ਦੁਸ਼ਮਣ ਕਰਾਰ ਦੇ ਚੁੱਕੇ ਨੇ। ਇਹ ਇਮਰਾਨ ਰਿਆਜ਼ ਕੀ ਚੀਜ਼ ਹੈ? ਇੱਕ 2% ਦਾ ਮੁਲਕ ਦੁਸ਼ਮਣ। ਸਾਬਰਾ ਸ਼ਾਕਰਾ ਕੀ ਚੀਜ਼ ਹੈ? ਇੱਕ 2% ਦਾ ਭਗੌੜਾ ਮੁਲਕ ਦੁਸ਼ਮਣ। ਤੇ ਪਾਕਿਸਤਾਨ ਦੀ ਆਵਾਮ ਜਿਹੜੀ ਉਹ ਬੇਵਕੂਫ ਹੈ, ਜਾਂ ਇੱਥੇ ਜਿਹੜੇ ਇੰਨੇ ਮੁਹਿੱਬੇ ਵਤਨ ਪਾਕਿਸਤਾਨੀ ਰਹਿੰਦੇ ਨੇ 1.5-2 ਮਿਲੀਅਨ, ਉਹ ਕੋਈ ਬੇਵਕੂਫ, ਉਹਨਾਂ ਨੂੰ ਨਹੀਂ ਪਤਾ ਕਿ ਇਹ ਲੋਕ ਜਿਹੜੇ ਨੇ ਇਹ ਕੌਣ ਨੇ, ਇਹ ਕਿਉਂ ਨਸ ਕੇ ਆਏ ਨੇ ਪਾਕਿਸਤਾਨ ਤੋਂ। ਮਤਲਬ ਖੁਦ ਪਾਕਿਸਤਾਨ ਤੋਂ ਨਸ ਕੇ ਆਏ ਨੇ ਔਰ ਪਾਕਿਸਤਾਨ ਦੇ ਲੋਕਾਂ ਨੂੰ ਕਹਿ ਰਹੇ ਨੇ ਤੁਸੀਂ ਫੌਜ ਦੇ ਖਿਲਾਫ ਜੰਗ ਲੜੋ, ਤੁਸੀਂ ਡੀ ਚੌਕ ਪਹੁੰਚੋ, ਤੁਸੀਂ ਫਲਾਣੀ ਸੜਕ ਤੇ ਪਹੁੰਚੋ। ਆਪ ਨਸ ਆਏ ਨੇ ਆਪਣੀਆਂ ਬੀਵੀਆਂ ਔਰ ਬੱਚੇ ਲੈ ਕੇ, ਤੇ ਲੋਕਾਂ ਦੇ ਬੱਚਿਆਂ ਨੂੰ ਕਹਿੰਦੇ ਨੇ ਤੁਸੀਂ ਜਾ ਕੇ ਮਰੋ, ਤੁਸੀਂ ਜਾ ਕੇ ਅੱਗੇ ਹੋ। ਇਹ ਕਿਉਂ ਕਰਦਾ? ਇਹੀ ਨਿਸ਼ਾਨ ਹੈ ਔਰ ਲੋਕਾਂ ਨੂੰ ਪਤਾ ਚੱਲ ਚੁੱਕੇ ਆ ਔਰ ਇਹਨਾਂ ਕੋਲ ਕੋਈ ਜਵਾਬ ਨਹੀਂ। ਜਦੋਂ ਇਹਨਾਂ ਕੋਲ ਕੋਈ ਜਵਾਬ ਕਰਦਾ ਨਾ ਕਿ ਤੁਸੀਂ ਯਾਰ ਨਸੇ ਕਿਉਂ ਪਾਕਿਸਤਾਨ ਤੋਂ, ਤੁਸੀਂ ਆਪ ਨਸਾ ਆਏ ਹੋ, ਮਤਲਬ ਤੁਸੀਂ ਤੇ ਡਟ ਕੇ ਖੜੇ ਸੋ ਨਾ, ਤੇ ਡਟ ਕੇ ਜਦੋਂ ਤੁਸੀਂ ਖੜੇ ਸੋ ਤੇ ਨਸੇ ਕਿਉਂ? ਕੀ ਮਸਲਾ ਬਣਿਆ? ਡਟ ਕੇ ਉੱਥੇ ਕੇਸ ਲੜਦੇ ਨਾ ਆਪਣੇ, ਡਟ ਕੇ ਉੱਥੇ ਫਿਰ ਮੁਕਾਬਲਾ ਕਰਦੇ ਨਾ, ਡਟ ਕੇ ਇਹਦੇ ਨਾਲ ਅਲੀਮਾ ਦੇ ਨਾਲ ਖੜੇ ਹੁੰਦੇ ਨਾ ਫਿਰ ਹਰ ਰੋਜ਼, ਤੇ ਪਤਾ ਲੱਗਦਾ ਇਹ ਕਰਨਾ ਔਰ ਕਹਿਣਾ ਇਹਦੇ 'ਚ ਬਹੁਤ ਜ਼ਿਆਦਾ ਫਰਕ ਹੈ। ਔਰ ਇਹ ਮੈਂ ਸਮਝਣਾ ਕਿ ਬਰਤਾਨੀਆ ਦੇ ਨਾਲ ਵੀ ਸਾਨੂੰ ਹੁਣ ਕੋਈ ਮੁਆਹਦਾ ਕਰਨਾ ਚਾਹੀਦਾ। ਇਹ ਹੁਣ ਸਾਰੇ ਹੀ ਆਏ ਨੇ, ਕੋਈ ਮੁਆਹਦਾ ਕਰ ਜਾਣ ਕਿ ਇਹ ਜਿਹੜੇ ਮੁਲਕ ਦੁਸ਼ਮਣ ਨੇ ਸਾਡੇ ਹਵਾਲੇ ਕੀਤੇ ਜਾਣ ਔਰ ਇਹਨਾਂ ਦਾ ਅਗਰ ਕੋਈ ਬ੍ਰਿਟਿਸ਼ ਉੱਥੇ ਬੈਠਾ ਹੈ ਤਾਂ ਉਹ ਇਹਨਾਂ ਦੇ ਹਵਾਲੇ ਕੀਤਾ ਜਾਏ। ਇਹ ਜਿਹੜੇ ਨੇ ਪਾਕਿਸਤਾਨ ਦੇ ਹਵਾਲੇ ਕੀਤੇ ਜਾਣ ਆਪਣੇ ਤਸੱਲੀ ਦੇ ਨਾਲ, ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੇ ਸਿਰੇ ਗਾਨੇ ਜਿਹੜਾ ਉਪਾਈਏ। ਆਪਣੇ ਜਿਹੜੇ ਗੰਦੇ ਆਂਡੇ ਨੇ ਉਹ ਇੱਕ ਦੂਜੇ ਮੁਲਕ ਨਾਲ ਐਕਸਚੇਂਜ ਕੀਤੇ ਜਾਣ ਕਿ ਉਹਨਾਂ ਦੇ ਅਸੀਂ ਦੇਈਏ ਤੇ ਇਹ ਸਾਡੇ ਗੰਦੇ ਆਂਡੇ ਦੇਣ। ਬਰਤਾਨੀਆ ਦੇ ਵਿੱਚ ਜਿਹੜੇ ਸਾਡੇ ਗੰਦੇ ਆਂਡੇ ਨੇ, ਠੀਕ ਹੈ ਜੀ, ਉਹ ਅਸੀਂ ਲੈ ਜਾਈਏ ਵਾਪਸ। ਠੀਕ ਹੈ। ਜਿਹੜੇ ਬਰਤਾਨੀਆ ਦੇ ਗੰਦੇ ਆਂਡੇ ਪਾਕਿਸਤਾਨ ਵਿੱਚ ਬੈਠੇ ਨੇ ਉਹ ਲੈ ਆਉਣ ਤੇ ਆਪਣੇ ਅੰਦਾਜ਼ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਔਰ ਸਿਰੇ ਗਾਨੇ ਪਾਏ ਜਾਣ ਔਰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜਾਏ ਭਾਈਜਾਨ। ਬਿਲਕੁਲ ਠੀਕ ਹੈ ਮਿੱਠਾ ਜੀ, ਬਹੁਤ ਸ਼ੁਕਰੀਆ। ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਜਦੋਂ ਵੀ ਮੁਲਾਕਾਤ ਹੁੰਦੀ ਹੈ, ਜਿਹੜਾ ਦਿਲ ਹੈ ਨਾ ਉਹਦੇ ਅੰਦਰ ਦੀਆਂ ਸਾਰੀਆਂ ਰੇਨਾਂ ਵਾਨਾਂ ਖੁੱਲ੍ਹ ਜਾਂਦੀਆਂ ਨੇ, ਚਿਹਰੇ ਜਿਹੜੇ ਨੇ ਮੁਸਕਰਾਉਣ ਲੱਗ ਪੈਂਦੇ ਨੇ। ਤੇ ਸਾਡੇ ਦੋਸਤ ਵੀ ਅਕਸਰ ਕਹਿੰਦੇ ਨੇ
ਬਲਕਿ ਤੁਹਾਡੇ ਨਾਲ ਕੋਈ ਅਗਾਂਹ ਜਾ ਕੇ ਕੋਈ ਸੈਗਮੈਂਟ ਬਣਾਉਣੇ ਆ, ਕੋਈ ਹਫਤੇ 'ਚ 2 ਦਫਾ ਟਾਈਮ ਦਿਆ ਕਰੋ, ਇੱਕ ਦਫਾ, ਤਾਂ ਕਿ ਲੋਕਾਂ ਨਾਲ ਸ਼ੁਗਲ ਮੇਲਾ ਲੱਗਾ ਰਵੇ। ਔਰ ਤੁਹਾਡੀਆਂ ਖਬਰਾਂ ਜਿਹੜੀਆਂ ਨੇ ਉਹ ਬੜੀਆਂ ਪੱਕੀਆਂ ਤੇ ਕਹਿੰਦੇ ਨੇ ਕਿ ਲੋਹਾ ਪਾੜ ਖਬਰਾਂ ਹੁੰਦੀਆਂ ਨੇ। ਅੱਲਾਹ ਤਾਲਾ ਜ਼ਾਤ ਤੁਹਾਨੂੰ ਸਲਾਮਤ ਰੱਖੇ, ਤੁਹਾਡਾ ਸਾਇਆ ਬੱਚਿਆਂ ਦੇ ਸਿਰ ਤੇ ਕਾਇਮ ਰੱਖੇ, ਔਰ ਤੁਹਾਨੂੰ ਦੁਸ਼ਮਣਾਂ ਦੇ ਉਹਦੇ ਤੋਂ ਕਾਮਯਾਬ ਵੀ करे। मेरी दुआवां ਤੁਹਾਡੇ ਨਾਲ ने। सुनने वालों से गुजारिश ये है कि आप हमारे जो चैनल है वो ज़रूर सब्सक्राइब करें और उसके बेल आइकॉन को भी प्रेस करें, और ज़्यादा से ज़्यादा मिठा जी का चैनल और परवेज़ नज़ीला सोशल टॉक शो मिलके नारा लाइए, पाकिस्तान जिंदाबाद, पाकिस्तान जिंदाबाद, हमेशा जिंदाबाद, पाक फौज हमेशा जिंदाबाद। थैंक यू वेरी मच जी, थैंक यू मिठा जी, बहुत शुक्रिया जी, थैंक यू जी, थैंक यू जी डायरेक्टर साहब। अल्लाह हाफिज़, अल्लाह हाफिज़।